ਜਿਹੜੇ ਰਾਜਨੀਤਿਕ ਹੁੰਦੇ ਨੇ ਉਹਨਾਂ ਨੂੰ ਉੱਤੇ ਪਹੁੰਚਣ ਲਈ ਆਸਾਨੀ ਜ਼ਿਆਦਾ ਹੁੰਦੀ ਹੈ, ਪਰ ਜਿਹੜਾ ਰਾਜਨੀਤਿਕ ਨਹੀਂ ਹੁੰਦਾ ਉਹਨਾਂ ਨੂੰ ਉੱਤੇ ਪਹੁੰਚਣ ਲਈ ਬੜਾ ਔਖਾ ਹੁੰਦਾ ਹੈ ਗ੍ਰਾਸ ਰੂਟ ਤੋਂ ਟੌਪ ਲੈਵਲ ਤੇ ਲੈ ਕੇ ਜਾਣ ਲਈ। ਮੇਰੇ ਵਰਗੇ ਇਨਸਾਨ ਨੂੰ ਜਿਹਦੀ ਬੈਕਗਰਾਉਂਡ ਜਿਹੜੀ ਆ ਪੋਲੀਟੀਕਲ ਵੀ ਨਹੀਂ ਹੈਗੀ, ਕੋਈ ਲੈਂਡਲੋਰਡ ਨਹੀਂ ਹੈਗਾ, ਮੈਂ ਫਿਰ ਵੀ ਮੈਨੂੰ ਇੱਕ ਐਸੇ ਕੁਰਸੀ ਤੇ ਬਿਠਾਇਆ और मेरे ते ट्रस्ट किया और ट्रस्ट तो बाद ये देख सकते हो कि हरियाणा दे विच अज दी डेट दे विच स्पोर्ट्स दा जिहड़ा आ वो पॉलिसीज़ स्पोर्ट्स दी चाहे कैश अवार्ड होन, स्पोर्ट्स दी आउटस्टैंडिंग स्पोर्ट्स पॉलिसी जॉब्स दे लई होवे, परफॉर्मेंस होवे, नर्सरीज़ होन, उहदी परफॉर्मेंस अगर असी कंपेयर करिए नेबर स्टेट्स दे नाल ते बहुत दिन रात दा फर्क मैं कह सकदा। अगर मैं नॉर्मल जी गल तुहानूं दस्सां कि पंजाब दी पॉलिसी दी गल करी, क्योंकि आपां अज दा जिहड़ा टाइम है पंजाब दे विच तुहानूं सारिआं नूं पता इलैक्शनस दा माहौल है, यूपी दे विच इलैक्शनस दा माहौल है। पंजाब दे विच स्पोर्ट्स जिहड़ा सी एक समा एवें दा सी जदों पंजाब बहुत ज़्यादा ही प्लेयरां नूं अगे वधांदा भी सी ਤੇ ਪੰਜਾਬ ਦੇ ਪਲੇਅਰਾਂ ਨੂੰ ਬਹੁਤ ਵਧੀਆ ਨੌਕਰੀਆਂ ਤੇ ਬਹੁਤ ਵਧੀਆ ਸਕੀਮਸ ਜਿਹੜੀਆਂ ਕੈਸ਼ ਅਵਾਰਡਸ ਦੀਆਂ ਉਹ ਦਿੰਦਾ ਸੀ। ਅੱਜ ਸਮਾਂ ਉਲਟਾ ਹੋਇਆ। ਮੈਂ ਜਦੋਂ ਪਹਿਲੀ ਵਾਰੀ 올림픽ਸ ਖੇਡਿਆ 2004 ਦੇ ਵਿੱਚ ਤੇ ਉਦੋਂ ਮੈਨੂੰ ਪੰਜਾਬ ਪੁਲਿਸ ਵੱਲੋਂ ਆਫਰ ਆਈ। ਉਦੋਂ ਸਾਡੇ ਹਰਿਆਣਾ ਦੇ ਪਲੇਅਰਾਂ ਨੂੰ ਇਹ ਹੁੰਦਾ ਸੀ ਕਿ ਕਾਸ਼ ਅਸੀਂ ਪੰਜਾਬ ਦੇ ਹੁੰਦੇ ਤੇ ਅਸੀਂ ਚੰਗੀ ਜੌਬ ਤੇ ਚੰਗਾ ਪੈਸਾ ਸਾਨੂੰ ਮਿਲਦਾ। ਅੱਜ ਪਿਛਲੇ ਕੁਝ ਸਮੇਂ ਪਹਿਲਾਂ ਕਈ ਵੀਡੀਓ ਵਾਇਰਲ ਹੋਈਆਂ ਪਲੇਅਰਾਂ ਦੀਆਂ ਕਿ ਕਾਸ਼ ਅਸੀਂ ਹਰਿਆਣਾ ਦੇ ਹੁੰਦੇ ਤੇ ਸਾਡੇ ਕੋਲ ਵੀ ਕੋਈ ਐਵੇਂ ਦਾ ਸਪੋਰਟਸ ਮਿਨਿਸਟਰ ਹੁੰਦਾ ਜਿਹੜਾ ਸਾਡੀ ਗੱਲ ਸੁਣ ਸਕੇ। ਉਸੇ ਤਰ੍ਹਾਂ 2014 ਤੋਂ ਬੀਜੇਪੀ ਹਰਿਆਣਾ ਦੇ ਵਿੱਚ ਹੈਗੀ ਆ। 2019 ਤੋਂ ਮੈਂ ਐਜ਼ ਅ ਸਪੋਰਟਸ ਮਿਨਿਸਟਰ ਹਰਿਆਣਾ ਨੂੰ ਦੇਖ ਰਿਹਾ। ਸਭ ਤੋਂ ਪਹਿਲੀ ਗੱਲ ਸਾਡੀ ਜਦੋਂ ਸਪੋਰਟਸ ਮਿਨਿਸਟਰ ਆਲ ਇੰਡੀਆ ਜਿਹੜੇ ਸਪੋਰਟਸ ਮਿਨਿਸਟਰ ਨੇ ਉਹਨਾਂ ਦੀ ਜਦੋਂ ਕਈ ਵਾਰੀ ਕਾਨਫਰੰਸ ਹੁੰਦੀ ਹੈ ਤੇ ਉਹਦੇ ਵਿੱਚ ਕਈ ਅਦਰ ਸਟੇਟਸ ਦੇ ਜਿਹੜੇ ਮਿਨਿਸਟਰਸ ਨੇ ਉਹ ਇਹ ਰਿਕੁਐਸਟ ਕਰਦੇ ਨੇ ਕੇਂਦਰ ਦੇ ਵਿੱਚ ਕਿ ਹਰਿਆਣਾ ਪੈਸਾ ਬਹੁਤ ਜ਼ਿਆਦਾ ਦੇ ਰਿਹਾ। 올림픽 ਦੇ ਵਿੱਚ ਨਾ ਕਿ ਸਿਰਫ ਇੰਡੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੈਸੇ ਦੇਣ ਵਾਲਾ ਸਟੇਟ ਜਿਹੜਾ ਹੈ ਉਹ ਹਰਿਆਣਾ ਹੈ। 6 ਕਰੋੜ ਰੁਪਏ ਸਾਡੀ ਪਾਲਿਸੀ ਦੇ ਵਿੱਚ ਹੈ ਗੋਲਡ ਮੈਡਲ ਨੂੰ, ਜੋ ਕਿ ਨੀਰਜ ਜੀ ਸਾਡੇ ਜੈਵਲਿਨ ਥਰੋਅਰ ਜਿਨ੍ਹਾਂ ਨੇ 올림픽 ਦੇ ਵਿੱਚ ਮੈਡਲ ਜਿੱਤਿਆ ਤੇ ਉਹਨਾਂ ਨੂੰ ਅਸੀਂ 6 ਕਰੋੜ ਦਿੱਤਾ। ਸੁਮਿਤ ਸਾਡੇ ਪੈਰਾਲੰਪਿਕ ਨੇ ਜਿਹੜੇ ਉਹਨਾਂ ਨੂੰ ਵੀ ਅਸੀਂ 6 ਕਰੋੜ ਦਿੱਤਾ। ਇੱਦਾਂ ਕਈ ਜਿਹੜੇ ਪਾਰਟੀਸਪੇਸ਼ਨ ਵਾਲੇ ਨੇ ਉਹਨਾਂ ਨੂੰ ਵੀ ਅਸੀਂ 15-15 ਲੱਖ ਰੁਪਏ ਦਿੰਦੇ ਹਾਂ। ਅਗਰ ਪੰਜਾਬ ਦੀ ਗੱਲ ਕਰੀਏ ਪਾਲਿਸੀ ਦੀ, 올림픽 ਦੇ ਜਾਂ ਪੈਰਾਲੰਪਿਕ ਦੇ ਵਿੱਚ ਜਿਹੜੀ 4 ਸਾਲਾਂ ਦੇ ਵਿੱਚ ਹੁੰਦੀ ਆ ਉਹਨਾਂ ਨੂੰ 2.25 ਕਰੋੜ ਰੁਪਇਆ ਪੰਜਾਬ ਪਾਲਿਸੀ ਦੇ ਹਿਸਾਬ ਨਾਲ ਦਿੰਦਾ। ਅਨਾਊਂਸਮੈਂਟ ਬਾਅਦ ਚੋਂ ਇਲੈਕਸ਼ਨਸ ਨੂੰ ਦੇਖਦੇ ਹੋਏ ਜਾਂ ਵੋਟਾਂ ਨੂੰ ਦੇਖਦੇ ਹੋਏ ਤੁਸੀਂ ਮੈਨੂਪਲੇਟ ਕਰ ਸਕਦੇ ਹੋ, ਐਡ ਔਨ ਕਰ ਸਕਦੇ ਹੋ, ਸੀਐਮ ਅਨਾਊਂਸਮੈਂਟ 'ਚ ਪਾ ਸਕਦੇ ਹੋ, ਪਰ ਪਲੇਅਰਾਂ ਦੇ ਲਈ ਰਿਟਨ ਦੇ ਵਿੱਚ ਪਾਲਿਸੀ ਦੇ ਵਿੱਚ ਕੀ ਹੁੰਦਾ ਹੈ ਪਲੇਅਰਾਂ ਨੂੰ ਉਹ ਹੁੰਦਾ ਹੈ ਤੁਸੀਂ ਕਿੰਨਾ ਪੈਸਾ ਤੁਸੀਂ ਪਾਲਿਸੀ 'ਚ ਲੈ ਕੇ ਆ ਰਹੇ ਹੋ। ਸਿਲਵਰ ਦਾ 1.5 ਕਰੋੜ ਦਿੰਦੇ ਨੇ, ਬ੍ਰੌਂਜ਼ ਦਾ 1 ਕਰੋੜ। ਉੱਥੇ ਹੀ ਹਰਿਆਣਾ 6 ਕਰੋੜ ਗੋਲਡ, 4 ਕਰੋੜ ਸਿਲਵਰ ਔਰ 2.5 ਕਰੋੜ ਰੁਪਏ ਬ੍ਰੌਂਜ਼। ਅਸੀਂ ਪਾਰਟਿਸਪੇਸ਼ਨ ਦੇ ਵੀ ਸਾਡੇ ਜਿਹੜੇ ਨੇ 15 ਲੱਖ ਰੁਪਏ ਨੇ। ਇੱਕ ਨੋਰਮਲ ਜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਇੱਕ ਬੱਚਾ ਐਜ਼ ਅ ਪੇਰੈਂਟ ਬੱਚੇ ਨੂੰ ਅਸੀਂ ਹਮੇਸ਼ਾ ਚਾਹਾਂਗੇ ਕਿ ਉਹ ਬੱਚਾ ਚੰਗਾ ਪੜ੍ਹੇ, ਆਪਣੀ ਕਲਾਸ ਦੇ ਵਿੱਚ ਅਵਲ ਆਵੇ, ਚੰਗੇ ਪਰਸੈਂਟ ਲੈ ਕੇ ਅੱਗੇ ਜਾਵੇ। ਉਹਦੀ ਹੈਲਪ ਲਈ ਅਸੀਂ ਟਿਊਟਰ ਵੀ ਰੱਖਦੇ ਹਾਂ, ਟਿਊਸ਼ਨ 'ਤੇ ਵੀ ਭੇਜਦੇ ਹਾਂ ਕਿਉਂਕਿ ਉਹ ਫਸਟ ਆਵੇ। ਅਸੀਂ ਇੱਦਾਂ ਸਪੋਰਟਸ ਕਿਉਂ ਨਹੀਂ ਕਰ ਸਕਦੇ? ਸਪੋਰਟਸ ਦੇ ਵਿੱਚ ਜਦੋਂ ਅਸੀਂ ਕਿਸੇ ਪਲੇਅਰ ਨੂੰ ਅੱਗੇ ਭੇਜਦੇ ਹਾਂ ਤੇ ਉਹਦੀ ਤਿਆਰੀ ਲਈ ਖਰਚਾ ਵੀ ਹੁੰਦਾ ਹੈ। ਹਰਿਆਣਾ ਨੇ ਪਹਿਲੀ ਵਾਰੀ ਹਰਿਆਣੇ ਦੇ ਵਿੱਚ ਇਹ ਹੋਇਆ ਕਿ ਪਲੇਅਰ ਨੂੰ 올림픽 ਜਾਣ ਤੋਂ ਪਹਿਲਾਂ ਉਹਦੀ ਤਿਆਰੀ ਦੇ ਪੈਸੇ ਦਿੱਤੇ ਨੇ 5 ਲੱਖ ਰੁਪਏ ਤੇ ਉਹਦਾ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਖਾਤੇ ਦੇ ਵਿੱਚ, ਮੈਂ ਰੈਗੂਲਰ ਉਹਨਾਂ ਦੇ ਟੱਚ ਸੀ ਪਲੇਅਰਾਂ ਦੇ। ਕੋਵਿਡ ਦਾ ਟਾਈਮ ਵੀ ਸੀ, ਕੋਵਿਡ ਦੇ ਵਿੱਚ ਉਹਨਾਂ ਨੂੰ ਸਾਡੀ ਸਟੇਟ ਵੱਲੋਂ ਕੀ
ਤਿਆਰੀ ਲਈ ਸੁਵਿਧਾਵਾਂ ਚਾਹੀਦੀਆਂ ਸੀ, ਉਹ ਵੀ ਦਿੱਤੀਆਂ ਉਹਨਾਂ ਦੀ। ਕਿਉਂਕਿ ਪਲੇਅਰ ਨੂੰ ਕੀ ਆ, ਪਲੇਅਰ ਨੂੰ ਡਾਈਟ ਮਿਲਦੀ ਆ ਨੈਸ਼ਨਲ ਕੈਂਪਸ ਦੇ ਵਿੱਚ, ਆਪਣਾ ਉਹ ਟਰੈਵਲ ਨੈਸ਼ਨਲ ਟੀਮ ਵੱਲੋਂ ਕਰਦੇ ਨੇ, ਉਹਨਾਂ ਨੂੰ ਇਕਵਿਪਮੈਂਟ ਸੈਂਟਰ ਗਵਰਨਮੈਂਟ ਵੱਲੋਂ ਮਿਲਦੀ ਆ। ਬਟ ਸਟੇਟ ਗਵਰਨਮੈਂਟ ਕੀ ਕਰ ਸਕਦੀ ਹੈ? ਕਈ ਐਜ਼ ਅ ਪਲੇਅਰ, ਮੈਂ ਪਲੇਅਰ ਰਿਹਾ, ਮੈਂ ਲਗਭਗ 12-13 ਸਾਲ ਕੰਟਰੀ ਨੂੰ ਰਿਪਰੈਜ਼ੈਂਟ ਕੀਤਾ ਆ। ਐਜ਼ ਅ ਪਲੇਅਰ ਬਹੁਤ ਛੋਟੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲੋੜ ਪੈਂਦੀਆਂ ਨੇ, ਉਹਨਾਂ ਨੂੰ ਕਵਰ ਕਰਨ ਲਈ ਅਸੀਂ ਇਹ 5 ਲੱਖ ਰੁਪਏ ਐਡਵਾਂਸ ਦੇ ਵਿੱਚ ਓਲੰਪਿਕ ਵਾਲੇ ਪਲੇਅਰਾਂ ਨੂੰ ਦਿੱਤਾ, ਜਿਨ੍ਹਾਂ ਦੀ ਓਲੰਪਿਕ ਕੁਆਲੀਫਾਈ ਕਰ ਚੁੱਕੇ ਸੀ। ਉਸ ਤੋਂ ਬਾਅਦ ਉਹਦਾ ਰਿਜ਼ਲਟ ਇਹ ਆਇਆ ਕਿ ਪੂਰੇ ਇੰਡੀਆ ਦੇ ਵਿੱਚ ਅਗਰ ਅਸੀਂ ਕਈ ਸਟੇਟ ਐਵੇਂ ਦੇ ਨੇ ਜਿਹੜੇ ਹਰਿਆਣਾ ਦੀ ਪਾਲਿਸੀ ਨੂੰ ਕਾਪੀ ਕਰਨਾ ਚਾਹੁੰਦੇ ਨੇ। ਆਊਟਸਟੈਂਡਿੰਗ ਸਪੋਰਟਸ ਪਰਸਨ ਪਾਲਿਸੀ ਦੇ ਤਹਿਤ ਅਸੀਂ 550 ਜਿਹੜੇ ਪਲੇਅਰ ਨੇ ਉਹਨਾਂ ਦੀ ਇੱਕ ਅੱਡ ਕਾਡਰ ਕੀਤਾ, ਜਿਹੜਾ ਕਿ ਉਹ ਸਪੋਰਟਸ ਦੇ ਵਿੱਚ ਜੌਬਸ ਲੈਣਗੇ। ਪਾਲਿਸੀ ਅਗਰ ਪੰਜਾਬ ਦੀ ਵੇਖੀਏ ਤਾਂ ਉਹਦੇ ਵਿੱਚ ਤਾਂ ਜੌਬ ਦੇ ਵਿੱਚ ਹੈ ਹੀ ਨਹੀਂ। ਉਹ ਜੇ ਮੈਡਲ ਜਿੱਤ ਕੇ ਆਉਣਗੇ ਏਸ਼ੀਅਨ ਗੇਮਸ ਦੇ ਵਿੱਚ, ਕਾਮਨਵੈਲਥ ਗੇਮਸ ਦੇ ਵਿੱਚ, ਤੇ ਉਹਨਾਂ ਨੂੰ ਇੱਕ ਕੋਚ ਰੱਖਿਆ ਜਾਏਗਾ। ਸਾਡੇ ਇੱਥੇ ਡਿਪਟੀ ਡਾਇਰੈਕਟਰ ਦਾ ਮਤਲਬ ਕੀ ਹੁੰਦਾ? ਏ ਕਲਾਸ ਆਫਿਸਰ। ਤੇ ਏ ਕਲਾਸ ਆਫਿਸਰ ਦੇ ਵਿੱਚ ਤੋਂ ਬਾਅਦ ਵੀ ਇੱਕ ਸੈਲਰੀ ਦੇ ਵਿੱਚ ਨਾ ਹੁੰਦਾ ਕਿ ਤੁਸੀਂ ਉਹਨੂੰ ਗ੍ਰੇਡੇਸ਼ਨ ਜਿਹੜਾ ਹੁੰਦਾ, ਜਿਹੜਾ ਉਹਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹਨੂੰ 5400 ਗ੍ਰੇਡ ਪੇ, 5600 ਗ੍ਰੇਡ ਪੇ, 6600 ਗ੍ਰੇਡ ਪੇ, ਅਸੀਂ ਉਹ ਗ੍ਰੇਡ ਪੇ ਦੇ ਰਹੇ ਹਾਂ ਜਿਹੜਾ ਟੌਪ ਦਾ ਆ। ਉਹ ਟੌਪ ਦੇ ਹੋਣ ਕਰਕੇ ਉਹਨਾਂ ਦੀ ਸੈਲਰੀ ਜਿਹੜੀ ਆ ਮਤਲਬ ਪੰਜਾਬ ਤੇ ਹਰਿਆਣਾ ਦੇ ਵਿੱਚ ਉਹਨਾਂ ਦੇ ਫਰਕ ਵੀ ਜ਼ਿਆਦਾ ਆ। ਸਾਡੇ ਹਰਿਆਣੇ ਦੇ ਵਿੱਚ ਅਰਜੁਨ ਅਵਾਰਡ, ਖੇਲ ਰਤਨ ਅਵਾਰਡ, ਦਰੋਣਾਚਾਰਿਆ ਅਵਾਰਡ, ਧਿਆਨ ਚੰਦ ਅਵਾਰਡ, ਟੈਨਜ਼ਿੰਗ ਨੋਰਵੇ ਅਵਾਰਡ, ਇਸ ਅਵਾਰਡ ਨੂੰ ਜਿਹੜੇ ਜਿੱਤਦੇ ਨੇ, ਜਿਹੜੇ ਹਾਸਲ ਕਰਦੇ ਨੇ, ਕੇਂਦਰ ਉਹਨਾਂ ਨੂੰ ਵਨ ਟਾਈਮ ਪੇਮੈਂਟ ਵੀ ਦਿੰਦੀ ਆ, ਟਰੋਫੀਜ਼ ਸਨਮਾਨ ਕਰਦੀ ਆ। ਪਰ ਸਟੇਟ ਗਵਰਨਮੈਂਟ ਵੱਲੋਂ ਅਸੀਂ ਉਹਨਾਂ ਨੂੰ ਆਨਰ ਦੇ ਰੂਪ 'ਚ ਪਰ ਮੰਥ 20,000 ਰੁਪਇਆ ਵੀ ਦਿੰਦੇ ਆ। ਇਹ 1 ਨਵੰਬਰ 2020 ਤੋਂ ਇਹ ਚੀਜ਼ਾਂ ਸ਼ੁਰੂ ਹੋ ਚੁੱਕੀਆਂ ਨੇ। ਪਲੇਅਰਾਂ ਦੇ ਲਈ ਗ੍ਰਾਸ ਰੂਟ ਲਈ ਅਸੀਂ 1000 ਨਰਸਰੀ ਜਿਹੜੀ ਆ ਹਰਿਆਣੇ ਦੇ ਵਿੱਚ ਚਲਾ ਰਹੇ ਹਾਂ। 1000 ਨਰਸਰੀ ਦਾ ਮਤਲਬ ਤੁਸੀਂ ਇਹ ਦੇਖ ਲਓ ਕਿ ਹਰ ਉਹ ਆਖਰੀ ਦਾ ਪਿੰਡ ਹੈ ਨਾ ਜਿਹੜਾ, ਉੱਥੋਂ ਤੱਕ ਵੀ ਸਪੋਰਟਸ ਪਹੁੰਚ ਸਕੇ। ਇੱਕ ਨਵੀਂ ਸਾਡੇ ਮਾਨਯ ਮੁੱਖ ਮੰਤਰੀ ਮਨੋਹਰ ਲਾਲ ਜੀ ਨੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਕਿ ਸਟੇਡੀਅਮ ਦਾ ਮੈਪਿੰਗ ਹੋਏਗੀ, ਸਟੇਡੀਅਮ ਦੀ ਮੈਪਿੰਗ ਹੋਏਗੀ। ਉਹ ਮੈਪਿੰਗ ਜਿਹੜੀ ਜਿੱਥੇ ਸਟੇਡੀਅਮ ਦੀ ਜ਼ਰੂਰਤ ਹੈ ਉੱਥੇ ਸਟੇਡੀਅਮ ਦਿੱਤਾ ਜਾਏਗਾ, ਜਿੱਥੇ ਮੈਦਾਨ ਦੀ ਜ਼ਰੂਰਤ ਹੈ ਉੱਥੇ ਮੈਦਾਨ ਦਿੱਤਾ ਜਾਏਗਾ। ਪੰਜਾਬ ਐਡਾ ਵੱਡਾ ਸੂਬਾ ਆ, ਇਸ ਸੂਬੇ ਦੇ ਵਿੱਚ ਐਡੇ ਵੱਡੇ ਸਟੇਡੀਅਮਸ ਨੇ। ਅਸੀਂ ਸਟੇਡੀਅਮ ਤਾਂ ਬਣਾਉਂਦੇ ਹਾਂ, ਪਰ ਸਟੇਡੀਅਮ ਦਾ ਰੱਖ ਰਖਾਵ ਕਿਵੇਂ ਹੋਣਾ, ਸਟੇਡੀਅਮ ਦੇ ਵਿੱਚ ਕਿੱਦਾਂ ਪਲੇਅਰਾਂ ਨੂੰ ਕੋਚ ਸੁਵਿਧਾਵਾਂ ਦੇਣਗੇ, ਕੋਚ ਕਿਹੜੇ ਹੋਣਗੇ, ਕਿਹੜੀ ਗੇਮ ਹੋਏਗੀ, ਇੱਦਾਂ ਦੀ ਜਿਹੜੀ ਨੀਤੀ ਆ ਉਹ ਪੰਜਾਬ 'ਚ ਆਉਣੀ ਚਾਹੀਦੀ ਆ। ਮੈਂ ਐਜ਼ ਅ ਪਲੇਅਰ, ਮੈਂ ਮਿਨਿਸਟਰੀ ਨੂੰ ਅਸੀਂ ਸਾਈਡ 'ਤੇ ਰੱਖ ਦਿੰਦੇ ਹਾਂ, ਭਾਰਤੀ ਜਨਤਾ ਪਾਰਟੀ ਨੂੰ ਵੀ ਸਾਈਡ 'ਤੇ ਰੱਖ ਦਿੰਦੇ ਹਾਂ, ਪਰ ਐਜ਼ ਅ ਪਲੇਅਰ ਮੈਂ ਵੀ ਚਾਹਾਂਗਾ ਕਿ ਪੰਜਾਬ ਦੇ ਵਿੱਚ ਉਹ ਸਰਕਾਰ ਆਵੇ ਜਿਹੜੀ ਸਰਕਾਰ ਖਿਲਾੜੀਆਂ ਲਈ ਕੁਝ ਕਰ ਸਕਦੀ ਹੈ। ਕਿਉਂਕਿ ਪੰਜਾਬ ਇੱਕ ਐਵੇਂ ਦਾ ਸੂਬਾ ਹੈ ਜਿਹਦੇ 'ਚੋਂ ਬਹੁਤ ਪਲੇਅਰ ਨਿਕਲ ਸਕਦੇ ਨੇ। ਔਰ ਹਰਿਆਣੇ ਦੇ ਵਿੱਚ, ਕੇਂਦਰ ਦੇ ਵਿੱਚ ਜਿੰਨੀਆਂ ਨੀਤੀਆਂ ਭਾਰਤੀ ਜਨਤਾ ਪਾਰਟੀ ਸਪੋਰਟਸਮੈਨ ਹੀ ਲੈ ਕੇ ਆਈ ਹੈ, ਕਦੀ ਅੱਜ ਤੱਕ ਇਹ ਨਹੀਂ ਦੇਖਿਆ ਕਿ ਪਰਸਨਲੀ 101 ਪ੍ਰਧਾਨ ਮੰਤਰੀ ਜੀ ਜਿਹੜੇ ਓਲੰਪਿਕ 'ਚ ਜਾ ਰਹੇ ਨੇ ਜਾਂ ਏਸ਼ੀਅਨ ਗੇਮਸ 'ਚ ਜਾ ਰਹੇ ਨੇ ਜਾਂ ਕਾਮਨਵੈਲਥ ਗੇਮਸ 'ਚ ਜਾ ਰਹੇ ਨੇ, ਉਹਨਾਂ ਨੂੰ 101 ਮਿਲੇ ਹੋਣ। ਮੈਂ 2 ਓਲੰਪਿਕ ਖੇਡਿਆ, ਸਾਨੂੰ ਜਾਣ ਲੱਗਿਆ ਤਾਂ IOA ਦੇ ਪ੍ਰੈਜ਼ੀਡੈਂਟ ਵੀ ਨਹੀਂ ਮਿਲਦੇ ਹੁੰਦੇ ਸੀ। ਸੋ ਇਹ ਇੱਕ ਪਲੇਅਰ ਦੀ ਫੀਲਿੰਗ ਹੈ। ਅੱਜ ਦੀ ਡੇਟ ਦੇ ਵਿੱਚ ਪੰਜਾਬ ਨੂੰ ਉਹ ਪਾਰਟੀ ਚਾਹੀਦੀ ਆ, ਉਹ ਸਰਕਾਰ ਚਾਹੀਦੀ ਆ ਜਿਹੜੀ ਯੂਥ ਤੋਂ ਲੈ ਕੇ ਸਪੋਰਟਸ ਨੂੰ ਲੈ ਕੇ ਹਰ ਉਹ ਐਂਗਲ 'ਚ ਦੇਖਿਆ ਜਾਵੇ ਜਿਹੜੀ ਕਿ ਇੱਥੇ ਪੰਜਾਬ ਸੋਨੇ ਦੀ ਚਿੜੀ ਕਹਾਂਦਾ ਸੀ। ਅੱਜ ਪੰਜਾਬ ਦੇ ਵਿੱਚ ਆਪਸ 'ਚ ਹੀ ਲੜੀ ਜਾਂਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਹਟ ਕੇ ਸਾਨੂੰ ਉਹ ਪਾਰਟੀ, ਉਹ ਸਰਕਾਰ ਲੈ ਕੇ ਆਉਣੀ ਪੈਣੀ ਆ ਜਿਹੜੀ ਪੰਜਾਬ ਦੇ ਵਿੱਚ ਹਰ ਉਹ ਵਰਗ ਨੂੰ, ਚਾਹੇ ਉਹ ਮਹਿਲਾਵਾਂ ਨੇ, ਚਾਹੇ ਉਹ ਬਜ਼ੁਰਗ ਨੇ, ਚਾਹੇ ਉਹ ਕਿਸਾਨ ਨੇ, ਚਾਹੇ ਉਹ ਸਪੋਰਟਸਮੈਨ ਨੇ, ਚਾਹੇ ਉਹ ਯੂਥ ਹੈ, ਚਾਹੇ ਉਹ ਪੰਜਾਬ ਦੇ ਵਿੱਚ ਜਿਹੜਾ ਸਾਡੇ ਮਾਨਯ
ਮੁੱਖ ਮੰਤਰੀ ਮਨੋਹਰ ਲਾਲ ਜੀ ਹਰਿਆਣਾ ਦੇ ਜਿਹੜੇ, ਉਹਨਾਂ ਨੇ ਇੱਕ ਬਹੁਤ ਵੱਡੀ ਸਕੀਮ ਕੱਢੀ ਹੈ, ਮੇਰਾ ਪਾਣੀ ਮੇਰੀ ਵਿਰਾਸਤ। ਇੱਕ ਸੱਜਣ ਮਿਲੇ ਮੈਨੂੰ ਪਿੱਛੇ, ਉਹ ਕਹਿੰਦੇ ਕਿ ਮੇਰੇ ਕੋਲ ਪੰਜਾਬ ਦੇ ਵਿੱਚ 35 ਕਿੱਲੇ ਨੇ। ਮੈਂ ਕਿਹਾ ਜੀ ਬਹੁਤ ਵਧੀਆ ਗੱਲ ਹੈ, 35 ਕਿੱਲੇ ਨੇ। ਕਹਿੰਦੇ ਜੀ ਸਾਡੀ ਤਾਂ ਲਾਈਫ ਠਾਠ 'ਚ ਆ। ਮੈਂ ਕਿਹਾ ਜੀ ਕਿੰਨੇ ਸਾਲ? ਕਿਉਂਕਿ ਪਾਣੀ ਲਗਾਤਾਰ ਡੂੰਘਾ ਜਾ ਰਿਹਾ ਹੈ। ਇਸ ਚੀਜ਼ ਬਾਰੇ ਵੀ ਮਾਨਨੀय ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਸਕੀਮ ਲੈ ਕੇ ਆਏ, ਮੈਂ ਉਹਦਾ ਵੀ ਡਿਟੇਲ ਤੁਹਾਨੂੰ ਦੱਸਾਂਗਾ। ਸੋ ਸਪੋਰਟਸ ਦੇ ਵਿੱਚ ਬਹੁਤ ਐਵੇਂ ਦੀਆਂ ਚੀਜ਼ਾਂ ਨੇ। ਅਰਜੁਨ ਅਵਾਰਡ ਤੋਂ ਸਾਡੇ ਸਟੇਟ ਅਵਾਰਡ ਹੈ ਭੀਮ ਅਵਾਰਡ, ਜਿਵੇਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਹੈ। ਸਾਡੇ ਇੱਥੇ ਤਾਂ ਉਹਨਾਂ ਦੇ ਜਿਹੜੇ ਅਵਾਰਡੀ ਨੇ, ਭੀਮ ਅਵਾਰਡੀ ਨੇ, ਉਹਨਾਂ ਨੂੰ ਵੀ ਆਨਰ ਦੇ ਰੂਪ 'ਚ ਪਰ ਮੰਥ 5000 ਰੁਪਏ ਦਿੱਤਾ ਜਾਂਦਾ ਹੈ। ਆਊਟਸਟੈਂਡਿੰਗ ਸਪੋਰਟਸ ਪਰਸਨ ਪਾਲਿਸੀ 2021 ਦੇ ਵਿੱਚ ਅਸੀਂ ਦੁਬਾਰਾ ਲੈ ਕੇ ਆਏ ਹਾਂ ਉਹਨੂੰ। ਪਹਿਲਾਂ 18 ਦੇ ਵਿੱਚ ਆਈ, ਫਿਰ 21 'ਚ ਉਹਨੂੰ ਥੋੜਾ ਹੋਰ ਚੇਂਜ ਕਰਕੇ ਫਾਈਨ ਟਿਊਨ ਕਰਕੇ ਲੈ ਕੇ ਆਏ। ਉਹਦੇ ਵਿੱਚ 19 ਏ ਗ੍ਰੇਡ ਆਫੀਸਰ, ਡਿਪਟੀ ਡਾਇਰੈਕਟਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਰੱਖੇ ਨੇ ਹੁਣੇ ਰੀਸੈਂਟਲੀ। ਕੋਚ ਜਿਹੜੇ ਨੇ, ਨੈਸ਼ਨਲ ਕੋਚ ਡੇ ਦੇ ਉੱਤੇ ਅਸੀਂ ਤਕਰੀਬਨ 26 ਕੋਚ ਅਸੀਂ ਨੈਸ਼ਨਲ ਕੋਚ ਡੇ ਦੇ ਉੱਤੇ ਰੱਖੇ ਨੇ, ਔਰ ਰੈਗੂਲਰ ਚੱਲ ਰਿਹਾ। ਪਹਿਲਾਂ ਕੀ ਹੁੰਦਾ ਸੀ ਕਿ ਕਿਸੇ ਰਾਜਨੀਤਿਕ ਦੇ ਬੰਦੇ ਨਾਲ ਸਪੋਰਟ ਲੈ ਕੇ, ਕਿਸੇ ਪਹੁੰਚ ਵਾਲੇ ਬੰਦੇ ਨਾਲ ਸਪੋਰਟ ਲੈ ਕੇ ਇਹ ਨੌਕਰੀਆਂ ਮਿਲਦੀਆਂ ਹੁੰਦੀਆਂ ਸੀ। ਇਹ ਨੌਕਰੀਆਂ ਸਾਰੀਆਂ ਜਿਹੜੀਆਂ ਉਹਨਾਂ ਦੀ ਯੋਗਤਾ ਹਿਸਾਬ ਨਾਲ ਹੁੰਦੀਆਂ ਨੇ, ਕਿਉਂਕਿ ਸਪੋਰਟਸ ਦੇ ਵਿੱਚ ਕਈ ਐਵੇਂ ਦੀਆਂ ਚੀਜ਼ਾਂ ਨੇ। ਹੁਣ ਕੋਚ ਜਿਹੜਾ ਆ ਉਹ NIS ਕਰਕੇ ਵੀ ਆਉਂਦਾ ਆ, ਫਿਰ ਵੀ ਉਹਨੂੰ ਨੌਕਰੀ ਨਹੀਂ ਮਿਲਦੀ। ਹੁਣ ਅਸੀਂ ਵਿਦਿਨ 2 to 3 ਮੰਥ ਦੇ ਵਿੱਚ ਹਰਿਆਣਾ ਦੇ ਵਿੱਚ ਲਗਭਗ 200 ਕੋਚ ਹੋਰ ਰੱਖ ਰਹੇ ਹਾਂ। ਸਾਡੇ ਕੋਲ 550 ਤੋਂ ਜ਼ਿਆਦਾ ਕੋਚ ਰਾਈਟ ਨਾਓ ਹੈਗੇ ਨੇ, ਤੇ 200 ਕੋਚ ਹੋਰ ਰੱਖ ਰਹੇ ਹਾਂ। ਇੱਕ ਹਰਿਆਣੇ ਦੀ ਹੋਰ ਖਾਸੀਅਤ ਦੇਖੋ, ਜੇ ਤੁਹਾਨੂੰ ਪਤਾ ਹੋਵੇ, 2006 ਦੇ ਵਿੱਚ ਮੈਨੂੰ ਗੋਲੀ ਵੱਜੀ ਸੀ ਔਰ ਮੈਂ ਪੈਰਾਲਾਈਜ਼ਡ ਹੋਇਆ। ਉਸ ਤੋਂ ਬਾਅਦ ਮੈਂ ਉਸ ਚੋਂ ਨਿਕਲ ਕੇ ਆਇਆ। ਉਹਦੇ ਤੇ ਮੂਵੀ ਵੀ ਬਣਾਈ ਹੈ, ਸੂਰਮਾ। ਬਟ ਇੱਕ ਪਲੇਅਰ ਹੋਣ ਦੇ ਨਾਤੇ ਜੇ ਇੰਜਰੀ ਤੁਹਾਨੂੰ ਕੋਈ ਹੋ ਜੇ ਤੇ ਤੁਸੀਂ ਉਸ 'ਚ ਰਿਕਵਰ ਨਾ ਕਰ ਪਾਓ, ਦੁਬਾਰਾ ਫੀਲਡ ਤੇ ਨਾ ਆ ਪਾਓ, ਬੜਾ ਮਲਾਲ ਰਹਿੰਦਾ ਹੈ। ਇਸ ਚੀਜ਼ ਨੂੰ ਦੇਖਦੇ ਹੋਏ ਹਰਿਆਣਾ ਦੇ ਵਿੱਚ ਅਸੀਂ ਰੀਹੈਬ ਸੈਂਟਰ, ਜਿਹੜਾ ਕਿ ਸਭ ਤੋਂ ਵੱਡਾ ਰੀਹੈਬ ਸੈਂਟਰ ਨਾਰਥ ਜ਼ੋਨ ਦਾ ਹੋਏਗਾ, ਉਹ ਪੰਚਕੂਲੇ 'ਚ ਮਾਰਚ ਦੇ ਵਿੱਚੋਂ ਲੱਗ ਜਾਣਾ। ਟੈਂਡਰ ਹੋ ਗਿਆ ਉਹਦਾ, ਮਸ਼ੀਨਸ ਜਿਹੜੀਆਂ ਨੇ ਉੱਥੋਂ ਅਬਰੋਡ ਤੋਂ ਜਿਹੜੀਆਂ ਆ ਰਹੀਆਂ ਨੇ ਉਹ ਚੱਲ ਪਈਆਂ ਨੇ। ਮਾਰਚ ਤੱਕ ਇਹ ਅਸੈਂਬਲ ਹੋ ਜਾਏਗਾ। ਇਹ ਇੱਕ ਨਹੀਂ, ਹਰਿਆਣੇ ਦੇ ਵਿੱਚ ਅਸੀਂ ਇੱਦਾਂ ਦੇ 5 ਸੈਂਟਰ ਬਣਾ ਰਹੇ ਹਾਂ। ਇਹ ਪਹਿਲਾ ਸੈਂਟਰ ਜਿਹੜਾ ਪੰਚਕੂਲਾ ਤੋਂ ਹੋਏਗਾ। ਹਰਿਆਣਾ ਨੇ ਸਪੋਰਟਸ ਦੇ ਵਿੱਚ ਓਵਰ ਦਾ ਈਅਰਸ ਬਹੁਤ ਤਰੱਕੀ ਕੀਤੀ ਆ। ਪੰਜਾਬ ਬਹੁਤ ਵੱਡੇ ਸਟੈਂਡ ਤੇ ਖੜਾ ਹੋਇਆ ਸੀ। ਬਹੁਤ ਪਲੇਅਰ ਇੱਥੋਂ ਕੱਢੇ ਨੇ, ਹਾਕੀ ਪਲੇਅਰ ਤੋਂ ਲੈ ਕੇ, ਐਥਲੈਟਿਕਸ ਪਲੇਅਰ ਤੋਂ ਲੈ ਕੇ, ਰੈਸਲਰ ਤੋਂ ਲੈ ਕੇ, ਕਬੱਡੀ ਪਲੇਅਰ ਤੋਂ ਲੈ ਕੇ। ਇੱਕ ਮੈਂ ਨਾਰਮਲ ਜੀ ਤੁਹਾਨੂੰ ਨੋਰਮਸ ਦੱਸਦਾ, ਸਾਡੇ ਇੱਥੇ ਹਰਿਆਣੇ ਦੇ ਵਿੱਚ ਸਰਕਲ ਕਬੱਡੀ ਨੂੰ ਵੀ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ। ਔਰ ਸਰਕਲ ਕਬੱਡੀ ਪੰਜਾਬ ਦੇ ਵਿੱਚ ਸਿਰਫ ਇੱਕ ਵਰਲਡ ਕੱਪ ਹੁੰਦਾ ਆ, ਔਰ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਜਿਹੜੀ ਵੀ ਉਹਨਾਂ ਦੀ ਨੋਰਮਸ ਦੀ ਜਿਹੜੀ ਮਨੀ ਆ ਉਹ ਦੇ ਕੇ ਇੱਕ ਸਾਈਡ ਕਰ ਦਿੱਤਾ ਜਾਂਦਾ। ਬਟ ਸਾਡੇ ਇੱਥੇ ਸਰਕਲ ਕਬੱਡੀ ਦੇ ਜਿਹੜੇ ਮੈਡਲਿਸਟ ਨੇ ਉਹਨਾਂ ਨੂੰ ਵੀ ਨੌਕਰੀ ਦਿੱਤੀ ਜਾਂਦੀ ਹੈ। ਬਲਾਈਂਡ ਕ੍ਰਿਕਟ ਵਾਲਿਆਂ ਨੂੰ ਨੌਕਰੀ ਦਿੱਤੀ ਜਾਂਦੀ ਆ। ਡਮ ਐਂਡ ਡੈਫ ਵਾਲਿਆਂ ਨੂੰ ਪੈਸਾ ਦਿੱਤਾ ਜਾਂਦਾ। ਡਮ ਐਂਡ ਡੈਫ ਦਾ ਜਿਹੜਾ ਵਰਲਡ ਚੈਂਪੀਅਨ ਹੈ ਉਹਨੂੰ ਅਸੀਂ 1 ਕਰੋੜ 20 ਲੱਖ ਰੁਪਏ ਦਿੰਦੇ ਹਾਂ। ਪੰਜਾਬ ਦੇ ਇੱਕ ਪਿੱਛੇ ਗੁੜੀਆ ਆ, ਤੁਸੀਂ ਵੀ ਕਵਰ ਕੀਤਾ ਸਾਰਿਆਂ ਨੇ, ਉਹ ਵਿਚਾਰੀ ਰੋ ਰਹੀ ਹੈ ਕਿ ਮੈਨੂੰ ਮੇਰਾ ਰਾਈਟ ਤਾਂ ਦੇ ਦਿਓ, ਮੈਨੂੰ ਨੌਕਰੀ ਤਾਂ ਦੇ ਦਿਓ। ਅਸੀਂ ਨੌਕਰੀ ਵੀ ਦਿੱਤੀ ਹੈ ਡਮ ਐਂਡ ਡੈਫ ਵਾਲਿਆਂ ਨੇ। ਅਸੀਂ ਉਹਨਾਂ ਨੂੰ 1 ਕਰੋੜ 20 ਲੱਖ ਰੁਪਇਆ, ਜਿਹੜੇ ਰੈਸਲਰ ਹੈ ਸਾਡੇ ਡਮ ਐਂਡ ਡੈਫ ਦੇ, ਉਹਨਾਂ ਨੂੰ 1 ਕਰੋੜ 20 ਲੱਖ ਰੁਪਇਆ ਵੀ ਦਿੱਤਾ। ਇੱਕ ਛੋਟੀ ਜਿਹੀ ਦੱਸ ਦੇਣਾ, ਕਾਂਗਰਸ ਸਰਕਾਰ ਸੀ ਹਰਿਆਣੇ ਦੇ ਵਿੱਚ 2005 ਤੋਂ ਲੈ ਕੇ 2014 ਤੱਕ। ਉਹਨਾਂ ਦੇ ਟਾਈਮ 'ਚ ਕੈਸ਼ ਅਵਾਰਡ ਜਿਹੜਾ ਆ ਲਗਭਗ 37 ਕਰੋੜ ਰੁਪਏ ਕੈਸ਼ ਅਵਾਰਡ ਦਿੱਤਾ ਗਿਆ। 2014 ਤੋਂ ਲੈ ਕੇ 2021 ਤੱਕ, ਦਸੰਬਰ ਤੱਕ, ਹਰਿਆਣਾ ਨੇ 257 ਕਰੋੜ ਰੁਪਇਆ ਕੈਸ਼ ਅਵਾਰਡ ਦਿੱਤਾ ਹੈ, ਔਰ ਅਜੇ ਕਈ ਦੇਣਾ ਹੈ। ਸੋ ਓਵਰ 60 ਕਰੋੜ ਤਾਂ ਅਸੀਂ ਆ ਓਲੰਪਿਕ ਦੇ ਪਲੇਅਰਾਂ ਨੂੰ ਉਹਨਾਂ ਦੇ ਮਾਨ ਸਨਮਾਨ ਲਈ ਦਿੱਤਾ ਹੈ। 60 ਕਰੋੜ ਤਾਂ ਸਿਰਫ ਆ 2020 ਦੀ ਜਿਹੜੀ
ਓਲੰਪਿਕਸ ਹੋਈ ਆ। ਪਲੇਅਰਾਂ ਲਈ ਬਹੁਤ ਕੁਝ ਹਰਿਆਣਾ ਲੈ ਕੇ ਆ ਰਿਹਾ। ਮੇਰੀ ਅਪੀਲ ਇਹੀ ਹੈ ਕਿ ਤੁਸੀਂ ਤੁਹਾਡੇ ਮੀਡੀਆ ਦੇ ਆਪਣੇ ਭਰਾਵਾਂ ਦੇ ਮਾਧਿਅਮ ਦੇ ਨਾਲ ਮੈਂ ਚਾਹੂੰਗਾ ਕਿ ਪੰਜਾਬ ਦੀ ਜਨਤਾ ਤੱਕ ਇਹ ਆਵਾਜ਼ ਜਾਵੇ ਕਿ ਇੱਕ ਆਮ ਜਿਹਾ ਇਨਸਾਨ ਜਿਹਨੇ ਸਿਰਫ ਖੇਡ ਦੇ ਲਈ ਸੋਚਿਆ ਸੀ ਤੇ ਖੇਡ ਲਈ ਉਹ ਬਣਿਆ ਸੀ ਤੇ ਖੇਡ ਕੇ ਉਹ ਦੇਸ਼ ਦਾ ਕਪਤਾਨ ਵੀ ਬਣਿਆ, ਕਈ ਮੈਡਲ ਵੀ ਮੈਂ ਜਿਤਵਾਏ। ਮੇਰੀ ਟੀਮ ਦੇ ਕਈ ਪੰਜਾਬ ਦੇ ਵੀ ਮੈਂਬਰ ਸੀ, ਅਸੀਂ ਹਰਿਆਣਾ ਦੇ ਵੀ ਸੀ। ਜਦੋਂ ਸਾਨੂੰ ਮੈਡਲ ਮਿਲਦਾ ਹੁੰਦਾ ਸੀ ਉਹ ਟਾਈਮ ਇੰਨਾ ਪੈਸੇ ਨਹੀਂ ਮਿਲਦੇ ਸੀ, ਨਾ ਪੰਜਾਬ ਨੂੰ ਨਾ ਹਰਿਆਣਾ ਨੂੰ। ਅੱਜ ਦਾ ਸਮਾਂ ਇੱਦਾਂ ਦਾ ਕਿ ਹਰਿਆਣੇ ਦੇ ਪਲੇਅਰਾਂ ਨੂੰ ਇੰਨਾ ਮਾਨ ਸਨਮਾਨ ਮਿਲਦਾ ਹੈ, ਇੰਨੇ ਪੈਸੇ ਮਿਲਦੇ, ਇੰਨੀਆਂ ਨੌਕਰੀਆਂ ਮਿਲਦੀਆਂ ਨੇ ਕਿ ਪੰਜਾਬ ਦੇ ਪਲੇਅਰ ਵੀ ਕਹਿੰਦੇ ਕਾਸ਼ ਅਸੀਂ ਹਰਿਆਣੇ ਦੇ ਹੁੰਦੇ। ਤੇ ਇੱਦਾਂ ਦੀ ਸਰਕਾਰ ਪੰਜਾਬ 'ਚ ਆਉਣੀ ਚਾਹੀਦੀ ਹੈ ਜਿਹੜੀ ਪਲੇਅਰਾਂ ਲਈ ਵੀ ਤੇ ਹਰ ਵਰਗ ਲਈ ਹੋਵੇ। ਮਾਨनीय ਪ੍ਰਧਾਨ ਮੰਤਰੀ ਜੀ ਨੇ ਸਿੱਖ ਸਮੁਦਾਇ ਲਈ, ਮੈਂ ਵੀ ਸਿੱਖ ਕਮਿਊਨਿਟੀ ਤੋਂ ਆਉਣਾ, ਪੰਜਾਬ ਇੱਕ ਐਵੇਂ ਦਾ ਸੂਬਾ ਆ ਜਿਹਦੇ 'ਚ ਹਰ ਧਰਮ ਹੈ। ਮੈਂ ਚਾਹੂੰਗਾ ਕਿ ਹਰ ਧਰਮ ਜਿਹੜਾ ਆ ਉਹ ਪ੍ਰਚਾਰ ਵੀ ਕਰਦਾ ਆ ਕਿ ਸਾਡੇ ਧਰਮ ਲਈ ਸਰਕਾਰ ਨੇ ਇਹ ਉਪਰਾਲਾ ਕੀਤਾ। ਉੱਦਾਂ ਹੀ ਸਿੱਖ ਧਰਮ ਲਈ ਮਾਨनीय ਪ੍ਰਧਾਨ ਮੰਤਰੀ ਜੀ ਨੇ ਬੜੇ ਉਪਰਾਲੇ ਕੀਤੇ ਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਆ, ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਗਲਿਆਰਾ ਆ ਉਹ ਖੋਲ੍ਹਿਆ, ਜਿਹਦਾ 120 ਕਰੋੜ ਰੁਪਏ ਲੱਗਿਆ ਤੇ 15,000 ਸ਼ਰਧਾਲੂ ਇੱਕ ਦਿਨ ਦੇ ਵਿੱਚ ਦਰਸ਼ਨ ਕਰ ਸਕਦੇ। ਮੈਂ ਹੁਣੇ ਜਦੋਂ ਦੁਬਾਰਾ ਲਾਂਘਾ ਖੁੱਲ੍ਹਿਆ, ਵੈਰੀ ਫਸਟ ਡੇ ਮੈਂ ਦਰਸ਼ਨ ਕਰਕੇ ਆਇਆ ਤੇ ਇੱਦਾਂ ਦਾ ਸਕੂਨ ਮਿਲਿਆ ਕਿਉਂਕਿ ਕਈ ਪਰਿਵਾਰ ਇੱਦਾਂ ਦੇ ਨੇ ਪੰਜਾਬ ਦੇ ਵਿੱਚ ਜਿਹੜੇ ਪਾਕਿਸਤਾਨ ਤੇ ਹਿੰਦੁਸਤਾਨ ਜਦੋਂ ਅੱਡ-ਅੱਡ ਹੋਏ ਨੇ ਤੇ ਉਹ ਸ਼ਿਫਟ ਹੋ ਕੇ ਆਏ ਨੇ। ਉਹ ਉਹਨਾਂ ਦੀ ਜਿਹੜੀ ਇੱਕ ਦਾਦੀ ਦੀ ਜਿਹੜੀ ਇੱਕ ਫੀਲਿੰਗ ਹੈ, ਜਿਹੜੀ ਉਹਨਾਂ ਦੀ ਕਹਾਣੀਆਂ ਸੁਣੀਆਂ ਨੇ, ਉਹ ਕਹਾਣੀਆਂ ਮੈਂ ਵੀ ਸੁਣੀਆਂ ਨੇ ਕਿਉਂਕਿ ਮੇਰੀ ਫੈਮਿਲੀ ਵੀ ਪਾਕਿਸਤਾਨ, ਲਾਹੌਰ ਤੋਂ, ਜਿਹੜਾ ਅੱਜ ਕੱਲ੍ਹ ਪਾਕਿਸਤਾਨ 'ਚ ਹੈ, ਲਾਹੌਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਸੀ। ਮੈਨੂੰ ਵੀ ਹਮੇਸ਼ਾ ਹੁੰਦਾ ਸੀ ਕਿ ਮੈਂ ਉਸ ਥਾਂ ਤੇ ਜਾਵਾਂ ਜਿੱਥੋਂ ਮੇਰੇ ਦਾਦੀ ਜੀ ਬਿਲੋਂਗ ਕਰਦੇ ਨੇ। ਸੋ ਇਹ ਇੱਕ ਫੀਲਿੰਗ ਆ, ਉਹਦੇ ਖੋਲ੍ਹਣ ਲਈ ਮਾਨनीय ਪ੍ਰਧਾਨ ਮੰਤਰੀ ਜੀ ਨੇ ਇੱਕ ਬੜਾ ਉਪਰਾਲਾ ਕੀਤਾ। ਇੱਕ ਪਿੱਛੇ ਜੇ CA ਕਾਨੂੰਨ ਆਇਆ ਸੀ, ਬੜਾ ਵਿਰੋਧ ਹੋਇਆ ਉਸ ਕਾਨੂੰਨ ਦਾ। ਕਿਉਂਕਿ ਕਈ ਗਲਤ ਫਹਿਮੀਆਂ ਪਾਉਣ ਵਾਲਿਆਂ ਨੇ ਪਾਤੀ ਸੀ ਕਿ ਇਹਦੇ ਨਾਲ ਨਾਗਰਿਕਤਾ ਛੀਨ ਲਈ ਜਾਏਗੀ। ਨਾਗਰਿਕਤਾ ਛੀਨੀ ਨਹੀਂ ਜਾਂਦੀ ਜੀ, ਨਾਗਰਿਕਤਾ ਦਿੱਤੀ ਜਾਂਦੀ ਹੈ। ਨਾਗਰਿਕਤਾ ਤਾਂ ਉਹਦੀ ਛੀਨੀ ਜਾਂਦੀ ਜਿਹਨੇ ਕੋਈ ਕ੍ਰਾਈਮ ਕੀਤਾ ਹੋਵੇ। ਅਫਗਾਨਿਸਤਾਨ ਦੇ ਵਿੱਚ ਆਪਣੇ ਸਿੱਖ ਸਮੁਦਾਇ ਦੇ ਜਿਹੜੇ ਲੋਕ ਉੱਥੇ ਫਸੇ, ਉਹਨਾਂ ਨੂੰ CA ਦਾ ਕਰਕੇ ਨਿੱਘਾ ਸਵਾਗਤ ਵੀ ਹੋਇਆ ਹਿੰਦੁਸਤਾਨ ਦੇ ਵਿੱਚ। ਸਾਡੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਕਸ਼ JP ਨੱਡਾ ਜੀ, ਕੇਂਦਰ ਮੰਤਰੀ ਹਰਦੀਪ ਪੁਰੀ ਜੀ ਤੇ ਨਾਲ ਕਈ ਸਾਡੇ ਪਾਰਟੀ ਦੇ ਵੱਡੇ ਨੇਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਤੇ ਨਵਾਜ਼ ਕੇ ਹਿੰਦੁਸਤਾਨ ਲੈ ਕੇ ਆਏ। ਬਹੁਤ ਵੱਡੀ ਗੱਲ ਹੈ ਜੀ, ਇੱਕ ਸਿੱਖ ਸਮੁਦਾਇ ਨੂੰ ਏਡੀ ਵੱਡੀ ਦਾਤ ਦੇਣੀ ਮਾਨनीय ਪ੍ਰਧਾਨ ਮੰਤਰੀ ਜੀ ਵੱਲੋਂ। ਹੁਣ ਤੱਕ ਮੈਂ ਵੀ ਇਸ ਚੀਜ਼ 'ਚ ਬਿਲੀਵ ਕਰਦਾ, ਮੈਂ ਵੀ ਰਿਲੀਜੀਅਸ ਦੇ ਵਿੱਚ ਬਿਲੀਵ ਕਰਦਾ। ਗੁਰੂ ਦੇ ਲੰਗਰ ਜਿਹੜਾ ਆ ਉਹਦੇ ਤੇ GST ਲੱਗਣਾ, ਉਹ ਮੇਰੇ ਹਿਸਾਬ ਨਾਲ, ਜਾਂ ਇੱਕ ਆਮ ਇਨਸਾਨ ਵੀ ਇਸ ਚੀਜ਼ ਨੂੰ ਸੋਚੇ ਤੇ ਉਹ ਠੀਕ ਨਹੀਂ ਹੈ। ਉਸ ਚੀਜ਼ ਨੂੰ ਉਹਨਾਂ ਨੇ ਖਤਮ ਕੀਤਾ। FCRA ਜਿਹੜੇ NRIs ਨੇ ਜਾਂ ਜਿਹੜੇ ਬਾਹਰ ਦੇ ਜਿਹੜੇ ਵਿਦੇਸ਼ ਦੇ ਵਿੱਚ ਰਹਿੰਦੇ ਨੇ, ਉਹ ਅਗਰ ਆਪਣੇ ਸ਼ਰਧਾ ਦੇ ਹਿਸਾਬ ਨਾਲ, ਕਿਉਂਕਿ ਹਰ ਕਮਿਊਨਿਟੀ ਦੇ ਵਿੱਚ ਆਪਣਾ ਲਹਿਜਾ ਹੁੰਦਾ ਹੈ, ਆਪਣਾ ਤੌਰ ਤਰੀਕਾ ਹੁੰਦਾ ਹੈ, ਉਹ ਆਪਣੇ ਤਰੀਕੇ ਨਾਲ ਆਪਣੇ ਰਿਲੀਜੀਅਸ ਨੂੰ ਅੱਗੇ ਵਧਾਉਂਦੇ ਨੇ। ਉੱਦਾਂ ਹੀ ਤੁਸੀਂ ਲੰਗਰ ਦੇ ਵਿੱਚ ਜੇ ਤੁਸੀਂ ਕੋਈ, ਚਾਹੇ ਉਹ ਕੈਸ਼ ਦੇ ਵਿੱਚ ਟ੍ਰਾਂਸਫਰ ਦੇ ਰਾਹੀਂ, ਚਾਹੇ ਉਹ ਤੁਸੀਂ ਕਿਸੇ ਦਾਲ ਚੌਲ ਜੋ ਵੀ ਆਪਣੀ ਸ਼ਰਧਾ ਹੁੰਦੀ ਉਹਦੇ ਦੇਣਾ ਚਾਹੁੰਦੇ ਹੋ, ਉਹਦੇ ਤੇ ਜੇ NRI ਨੇ, ਜੇ FCRA ਜੇ, ਉਹਦੇ ਤੇ ਉਹਨਾਂ ਨੇ ਉਹਨੂੰ ਖਤਮ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪਰਬ ਤੇ ਮਾਨनीय ਪ੍ਰਧਾਨ ਮੰਤਰੀ ਜੀ ਨੇ ਸੁਲਤਾਨਪੁਰ ਲੋਧੀ ਨੂੰ ਹੈਰੀਟੇਜ ਸ਼ਹਿਰ ਦੇ ਰੂਪ 'ਚ ਵਿਕਸਿਤ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਆ ਉਹਦੇ ਅੰਦਰ ਨੈਸ਼ਨਲ ਇੰਸਟੀਚਿਊਟ ਆਫ ਇੰਟਰਫੇਥ ਸਟੱਡੀਜ਼ ਦੀ ਸਥਾਪਨਾ ਕੀਤੀ ਗਈ, ਜਿਹਦੀ 67 ਕਰੋੜ ਰੁਪਇਆ ਜਿਹਦੀ
ਉਹਨਾਂ ਨੇ ਘੋਸ਼ਣਾ ਵੀ ਕੀਤੀ ਤੇ ਉੱਥੇ ਪਹੁੰਚਾਇਆ ਵੀ, ਕਿਉਂਕਿ ਪ੍ਰਧਾਨ ਮੰਤਰੀ ਜੀ ਲਈ ਹਰ ਸਮੁਦਾਇ, ਚਾਹੇ ਉਹ ਹਿੰਦੂ ਆ, ਸਿੱਖ ਆ, ਜੈਨ ਨੇ, ਮੁਸਲਮਾਨ ਨੇ, ਹਰ ਸਮੁਦਾਇ ਲਈ ਉਹ ਕੰਮ ਕਰਦੇ ਨੇ, ਕਿਉਂਕਿ ਸਾਰਿਆਂ ਦੇ ਸਾਂਝੇ ਨੇ। ਜੇ ਅਸੀਂ ਕੋਈ ਆਪਣਾ ਲੀਡਰ ਚੁਣਦੇ ਹਾਂ, ਚਾਹੇ ਉਹ ਹਲਕੇ ਦੇ ਵਿੱਚ ਚੁਣਦੇ ਹਾਂ, ਚਾਹੇ ਉਹ ਅਸੀਂ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਚੁਣਦੇ ਹਾਂ, ਉਹ ਸਾਰਿਆਂ ਦਾ ਸਾਂਝਾ ਹੋ ਜਾਂਦਾ ਹੈ, ਉਹ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ। ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲ ਪ੍ਰਕਾਸ਼ ਪੁਰਬ ਤੇ ਅਕਾਲ ਤਖਤ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਪਟਨਾ ਸਾਹਿਬ ਤੇ ਸ੍ਰੀ ਹਜੂਰ ਸਾਹਿਬ ਦੇ ਵਿੱਚ ਜਿਹੜਾ ਰੂਟ ਬਣਾਇਆ ਗਿਆ, ਤੇ ਜਾਮਨਗਰ ਜਿਹੜਾ ਹੈਗਾ ਆ, ਉਹ ਜਾਮਨਗਰ ਦੇ ਵਿੱਚ 750 ਬੈੱਡਾਂ ਦਾ ਹਸਪੀਟਲ ਦਾ ਵੀ ਉਹਨਾਂ ਨੇ ਉਦਘਾਟਨ ਕੀਤਾ, ਤੇ 350 ਰੁਪਏ ਦਾ ਸਿੱਕਾ ਵੀ ਜਿਹੜਾ ਜਾਰੀ ਕੀਤਾ, ਤੇ ਕੇਂਦਰ ਸਰਕਾਰ ਦੁਆਰਾ 100 ਕਰੋੜ ਰੁਪਏ ਦਾ ਆਮੰਤਰਨ ਵੀ ਦਿੱਤਾ ਗਿਆ। ਕਿਉਂਕਿ ਸਿੱਖ ਧਰਮ ਲਈ ਮਾਨਯ ਪ੍ਰਧਾਨ ਮੰਤਰੀ ਜੀ ਨੇ ਬਹੁਤ ਉਪਰਾਲੇ ਵੀ ਕੀਤੇ ਨੇ ਔਰ ਕਰ ਵੀ ਰਹੇ ਨੇ। ਇੱਕ ਬਲੈਕ ਲਿਸਟ ਦਾ ਨਾਂ ਸੀ, ਜੇ ਤੁਹਾਡੀ ਨੌਲੇਜ ਹੋਵੇ, ਆਮ ਸ਼ੋਰ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋਵੋਗੇ। ਮੈਂ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਐਜ਼ ਅ ਪਲੇਅਰ ਦੇ ਨਾਤੇ ਗਿਆ, ਚਾਹੇ ਯੂਰੋਪੀਅਨ ਕੰਟਰੀਜ਼ ਹੋਣ, ਚਾਹੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਈਵਨ ਪਾਕਿਸਤਾਨ ਵੀ ਮੈਂ 7 ਵਾਰੀ ਗਿਆ ਐਜ਼ ਅ ਪਲੇਅਰ। ਬਟ ਕਈ ਕੰਟਰੀਆਂ ਦੇ ਵਿੱਚ ਸਾਡੇ ਬਲੈਕ ਲਿਸਟ ਦੇ ਹਿੰਦੁਸਤਾਨੀ ਰਹਿੰਦੇ ਨੇ, ਅਗਰ ਤੁਹਾਡੀ ਨੌਲੇਜ ਹੋ। ਉਸ ਬਲੈਕ ਲਿਸਟ ਨੂੰ ਖਤਮ ਕੀਤਾ ਗਿਆ। ਕਿਉਂ? ਕਿਉਂਕਿ ਉਹ ਆਪਣੇ ਪਰਿਵਾਰ ਨੂੰ ਮਿਲ ਸਕਣ। ਹਰ ਇਨਸਾਨ ਦਾ ਰਾਈਟ ਬਣਦਾ ਹੈ ਕਿ ਉਹ ਆਪਣੇ ਫੈਮਿਲੀ ਨੂੰ ਮਿਲ ਸਕੇ। ਸੋ ਮਾਨਯ ਪ੍ਰਧਾਨ ਮੰਤਰੀ ਜੀ ਨੇ ਬਲੈਕ ਲਿਸਟ ਨੂੰ ਵੀ ਖਤਮ ਕੀਤਾ। ਸਿੱਖ ਜਿਹੜਾ ਯੂਥ ਹੈ ਉਹਨੂੰ ਸਟਰੋਂਗ ਬਣਾਉਣ ਲਈ ਕੇਂਦਰ ਸਰਕਾਰ ਦੁਆਰਾ 31 ਲੱਖ ਤੋਂ ਵੀ ਜ਼ਿਆਦਾ ਸਕਾਲਰਸ਼ਿਪ ਦਿੱਤੀਆਂ ਗਈਆਂ। ਇਹ 2014 ਤੋਂ ਪਹਿਲਾਂ ਜੇ ਅਗਰ ਇਸ ਦਾ ਰੇਸ਼ੋ ਦੇਖੀਏ ਤੇ ਸਿਰਫ 18 ਲੱਖ ਰੁਪਏ ਯੁਵਾਵਾਂ ਨੂੰ ਇਹ ਦਿੱਤਾ ਗਿਆ ਸੀ। ਆਲਮੋਸਟ ਮੈਂ ਡਬਲ ਕਹਿ ਸਕਦਾ। ਔਰ ਅਜੇ 2 ਪਲਾਨ ਪੂਰੇ ਨਹੀਂ ਹੋਏ। ਇਹ ਦੇਖ ਸਕਦੇ ਹੋ ਕਿ ਅਜੇ ਸਟਿਲ ਗੋਇੰਗ ਔਨ ਹੈ। ਪੰਜਾਬ ਦੇ ਵਿੱਚ ਇੱਕ 3 ਦਸ਼ਕ ਤੋਂ ਬਾਅਦ 84 ਦੇ ਜਿਹੜੇ ਦੰਗੇ, ਆਮ ਸ਼ੋਰ ਕਈਆਂ ਨੇ ਦੇਖੇ ਹੋਣੇ ਜਾਂ ਕਈਆਂ ਦੇ ਪੇਰੈਂਟਸ ਨੇ ਸਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਵੀ ਕੀਤੀਆਂ ਹੋਣੀਆਂ। ਇਹਦੇ ਵਿੱਚ ਕੋਈ ਵੀ ਐਵੇਂ ਨਹੀਂ ਸੋਚ ਸਕਦਾ ਸੀ ਕਿ ਰਾਜਨੀਤੀ ਦੇ ਵੱਡੇ ਚਿਹਰੇ ਵੀ ਇਹਦੇ ਵਿੱਚ ਫਸ ਸਕਦੇ ਨੇ, ਇਹਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਸਕਦੀ ਆ। 80 ਜਿਹੜੇ ਮਾਮਲੇ ਨੇ ਉਹਨਾਂ ਨੂੰ ਦੁਬਾਰਾ ਜਾਂਚ ਸ਼ੁਰੂ ਕਰਾਈ ਗਈ, SIT ਗਠਿਤ ਕੀਤੀ ਗਈ। 3 ਸਾਲਾਂ ਦੇ ਅੰਦਰ ਮਾਮਲੇ ਨੂੰ ਕਈ ਵੱਡੇ ਬੰਦਿਆਂ ਨੂੰ ਇਹ ਸਜ਼ਾ ਮਿਲੀ। ਇਹ ਚੀਜ਼ ਕਦੀ ਕਿਸੇ ਨੇ ਨਹੀਂ ਸੋਚੀ ਸੀ। 84 ਬਹੁਤ ਪੀੜਿਤ ਵਾਲੀ ਹੈ। ਮੈਂ ਉਸ ਸਮੇਂ ਪੈਦਾ ਨਹੀਂ ਹੋਇਆ ਸੀ, ਬਟ ਮੈਂ ਸੁਣਿਆ ਜ਼ਰੂਰ ਆ ਉਹ ਟਾਈਮ। ਮੈਂ ਆਪਣੇ ਪੇਰੈਂਟਸ ਤੋਂ ਸੁਣਿਆ ਕਿ ਇੰਨਾ ਪੀੜਿਤ ਵਾਲਾ ਟਾਈਮ ਸੀ ਦਿੱਲੀ ਦੇ ਵਿੱਚ ਵੀ। ਉਸ ਚੀਜ਼ ਨੂੰ ਕਰਨ ਲਈ ਮਾਨਯ ਅਮਿਤ ਸ਼ਾਹ ਜੀ ਨੇ, ਸਾਡੇ ਜਿਹੜੇ ਕੇਂਦਰ ਦੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਸ ਚੀਜ਼ ਨੂੰ। ਪ੍ਰਧਾਨ ਮੰਤਰੀ ਜੀ ਨੇ ਇਹ ਕੰਟੀਨਿਊ ਕਰਕੇ ਸਿੱਖ ਸਮੁਦਾਇ ਲਈ ਜਿਹੜੇ ਪੀੜਿਤ ਨੇ ਉਹਨਾਂ ਨੂੰ ਇੱਕ ਰਾਹਤ ਪਹੁੰਚਾਈ। ਮੈਂ ਇੱਕ ਆਖਰੀ ਦੇ ਵਿੱਚ ਨੋਰਮਲ ਜੀ ਦੇਖੋ, ਹਰ ਧਰਮ ਦੀ, ਹਰ ਰਾਜਨੀਤਿਕ ਪਾਰਟੀ ਦੀ ਅਨਾਉਂਸਮੈਂਟਸ ਹੁੰਦੀਆਂ ਨੇ। ਜਦੋਂ ਅਨਾਉਂਸਮੈਂਟਸ ਹੁੰਦੀਆਂ ਨੇ ਉਹਦਾ ਪ੍ਰਚਾਰ ਵੀ ਹੁੰਦਾ ਹੈ। ਪ੍ਰਚਾਰ ਰਾਜਨੀਤਿਕ ਜਿਹੜਾ ਆ ਉਹ ਰਾਜਨੀਤਿਕ ਪਾਰਟੀ ਕਰਦੀ ਆ। ਜਦੋਂ ਰਿਲੀਜੀਅਸਲੀ ਕੋਈ ਅਨਾਉਂਸਮੈਂਟ ਹੁੰਦੀ ਆ, ਉਹਦਾ ਜਿਹੜਾ ਧਰਮ ਹੁੰਦਾ ਉਹ ਵੀ ਪ੍ਰਚਾਰ ਕਰਦਾ, ਦੂਸਰੇ ਧਰਮ ਵੀ ਉਹਦੀ ਸਪੋਰਟ ਕਰਦੇ ਨੇ। ਬੀਇੰਗ ਅ ਸਿੱਖ, ਕਿਉਂਕਿ ਜਦੋਂ ਮੈਂ ਹੋਸ਼ ਸੰਭਾਲੀ, ਮੇਰੇ ਘਰਦਿਆਂ ਨੇ, ਮੇਰੇ ਪੇਰੈਂਟਸ ਨੇ ਮੈਨੂੰ ਗੁਰੂ ਘਰ ਲੈ ਕੇ ਜਾਣਾ, ਆਪਣੇ ਧਰਮ ਬਾਰੇ ਦੱਸਣਾ, ਕਿਉਂਕਿ ਇਹ ਰਾਈਟ ਹੈ ਸਾਡਾ। ਮੇਰਾ ਰਾਈਟ ਹੈ ਕਿ ਮੈਨੂੰ ਮੇਰੇ ਧਰਮ ਬਾਰੇ ਪਤਾ ਹੋਣਾ ਚਾਹੀਦਾ, ਮੇਰੇ ਫੈਮਿਲੀ ਬਾਰੇ, ਮੇਰੇ ਸਮਾਜ ਬਾਰੇ, ਮੇਰੇ ਹਿੰਦੁਸਤਾਨ ਬਾਰੇ ਮੈਨੂੰ ਪਤਾ ਹੋਣਾ ਚਾਹੀਦਾ। ਉੱਦਾਂ ਹੀ
ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਸਾਡੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਉਹਨਾਂ ਦੇ ਆਪਣੇ ਚਾਰੋਂ ਸਾਹਿਬਜ਼ਾਦੇ ਸਿੱਖ ਧਰਮ ਲਈ ਵਾਰ ਦਿੱਤੇ ਸੀ। ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੇ 26 ਦਸੰਬਰ ਨੂੰ ਅਸੀਂ ਮੈਂ ਹਰ ਸਾਲ ਜਾਂਦਾ ਅਰਦਾਸ ਕਰਕੇ ਆਉਂਦਾ, ਕਿਉਂਕਿ ਉਦੋਂ ਬਹੁਤ ਠੰਡੇ ਦਿਨ ਵੀ ਹੁੰਦੇ ਨੇ ਤੇ ਉਹ ਦਿਨਾਂ ਦੇ ਵਿੱਚ ਹਰ ਸਿੱਖ ਦਾ ਹੁੰਦਾ ਕਿ ਐਡੀ ਵੱਡੀ ਕੁਰਬਾਨੀ ਦਿੱਤੀ ਛੋਟੇ ਸਾਹਿਬਜ਼ਾਦਿਆਂ ਨੇ ਤੇ ਪੂਰੇ ਹਿੰਦੁਸਤਾਨ ਨੂੰ ਨਹੀਂ, ਪੂਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ। ਐਡਾ ਵੱਡਾ ਅਨਾਉਂਸਮੈਂਟ ਪ੍ਰਧਾਨ ਮੰਤਰੀ ਜੀ ਦੁਆਰਾ ਕਿ ਵੀਰ ਬਾਲ ਦਿਵਸ ਨੂੰ ਦੇ ਰੂਪ 'ਚ 26 ਦਸੰਬਰ ਨੂੰ ਘੋਸ਼ਣਾ ਕੀਤੀ। ਬੀਇੰਗ ਏ ਸਿੱਖ, ਰਾਜਨੀਤੀ ਨੂੰ ਅਸੀਂ ਸਾਈਡ ਤੇ ਰੱਖ ਦਿੰਦੇ ਹਾਂ, ਅਸੀਂ ਮਿਨਿਸਟਰ ਹੋ ਕੇ ਸਪੋਰਟਸਮੈਨ ਨੂੰ ਵੀ ਸਾਈਡ ਤੇ ਰੱਖਦੇ। ਬੀਇੰਗ ਏ ਸਿੱਖ, ਬੀਇੰਗ ਏ ਯੂਥ, ਮੈਂ ਰਿਕੁਐਸਟ ਕਰਦਾ ਕਿ ਜਿੰਨੇ ਵੀ ਆਪਣੇ ਗੁਰੂ ਘਰ ਦੇ ਹੈਡ ਗ੍ਰੰਥੀ ਨੇ ਜਾਂ ਗ੍ਰੰਥੀ ਨੇ, ਮੈਂ ਉਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ ਜਨਰੇਸ਼ਨ, ਚਾਹੇ ਉਹ ਬੱਚਾ ਹੈ, ਚਾਹੇ ਯੂਥ ਹੈ, ਮਹਿਲਾਵਾਂ ਨੇ, ਭੈਣਾਂ ਨੇ, ਸਾਡੀਆਂ ਮਾਤਾਵਾਂ ਨੇ ਜਾਂ ਬਜ਼ੁਰਗ ਨੇ, ਉਹਨਾਂ ਨੂੰ ਜ਼ਰੂਰ ਦੱਸਿਆ ਜਾਏ ਕਿ 26 ਦਸੰਬਰ ਨੂੰ ਵੀਰ ਬਾਲ ਦਿਵਸ ਦੀ ਘੋਸ਼ਣਾ ਹੋਈ ਹੈ। ਔਰ ਇਹ ਗੁਰਦੁਆਰਿਆਂ ਤੋਂ ਜ਼ਿਆਦਾ ਕੋਈ ਇਸ ਚੀਜ਼ ਨੂੰ ਨਹੀਂ ਦੱਸ ਸਕਦਾ, ਕਿਉਂਕਿ ਇਹ ਰਿਲੀਜੀਅਸ ਹੈ। ਮੈਂ ਰਾਜਨੀਤਿਕ ਨਹੀਂ ਇਹਨੂੰ ਲੈ ਰਿਹਾ, ਮੈਨੂੰ ਧਾਰਮਿਕ ਰੂਪ 'ਚ ਲੈ ਰਿਹਾ। ਔਰ ਇਹ ਧਰਮ ਦੇ ਨਾਲ ਜੁੜਿਆ ਕਿਉਂਕਿ ਸਾਡੀ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਉਸ ਕੁਰਬਾਨੀ ਨਾਲ ਇਹ ਐਂਗਲ ਜੁੜਿਆ। ਮੈਂ ਇਹਨੂੰ ਰਾਜਨੀਤਿਕ ਨਾਲ ਨਹੀਂ ਜੋੜਿਆ। ਮੈਂ ਇਹਨੂੰ ਮਾਨਯ ਪ੍ਰਧਾਨ ਮੰਤਰੀ ਜੀ ਸਾਡੇ ਸਾਰਿਆਂ ਦੇ ਸਾਂਝੇ ਨੇ, ਮੈਂ ਸ਼ੁਰੂਆਤ 'ਚ ਵੀ ਕਿਹਾ, ਹੁਣ ਵੀ ਕਹਿ ਰਿਹਾ, ਕਿਉਂਕਿ ਜਦੋਂ ਕੋਈ ਵੀ ਇਨਸਾਨ ਚੁਣਿਆ ਜਾਂਦਾ ਹੈ ਉਹ ਕਿਸੇ ਇੱਕ ਸਮੁਦਾਇ ਦਾ ਨਹੀਂ ਹੁੰਦਾ, ਉਹ ਸਾਰਿਆਂ ਦਾ ਹੁੰਦਾ। ਉਸ ਚੀਜ਼ ਦੇ ਨਾਤੇ ਸਿੱਖ, ਅਸੀਂ ਸਿੱਖ ਜਿਹੜੇ ਮੇਰੇ ਸਿੱਖ ਕਮਿਊਨਿਟੀ ਤੇ ਉਹਨਾਂ ਦੇ ਹੋਣ ਦੇ ਨਾਤੇ ਅਸੀਂ ਜੇ ਗੁਰਦੁਆਰੇ ਤੋਂ ਇਹ ਚੀਜ਼ ਸ਼ੁਰੂਆਤ ਕਰਾਂਗੇ ਇੱਕ ਰਿਲੀਜੀਅਸ ਦੇ ਰੂਪ 'ਚ, ਡੈਫੀਨੇਟਲੀ ਸਾਡੀ ਆਉਣ ਵਾਲੀ ਜਨਰੇਸ਼ਨ ਤੇ ਸਾਡੀ ਜਿਹੜੀ ਹੁਣ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡੀ ਸਿੱਖੀ ਜਿਹੜੀ ਆ ਉਹ ਕਿੱਥੇ ਆ ਤੇ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਸਾਡੇ ਲਈ ਕੀ ਕੁਝ ਕੀਤਾ। ਧੰਨਵਾਦ। ਹਰਿਆਣਾ ਨੇ ਕਾਫੀ ਕੰਮ ਕੀਤਾ ਸਪੋਰਟਸ ਦੇ, ਤਾਂ ਪੰਜਾਬ 'ਚ ਵੀ ਬੀਜੇਪੀ ਦੀ ਸਰਕਾਰ ਰਹੀ ਹੈ, 15 ਸਾਲ ਰਹੀ ਹੈ, 10 ਸਾਲ ਰਹੀ ਹੈ, ਉਸ ਤੋਂ ਪਹਿਲੇ 5 ਸਾਲ ਰਹੀ ਹੈ। ਤਾਂ ਬੀਜੇਪੀ ਨੂੰ ਅੱਜ ਮੈਂਡੇਟ ਕਿਉਂ ਦੇ ਪੰਜਾਬ ਦੀ ਜਨਤਾ ਜਦੋਂ ਉਹਨੇ ਪਹਿਲੇ ਹੀ ਕੰਮ ਨਹੀਂ ਕੀਤਾ? ਹਰ ਚੀਜ਼ ਦੇ ਵਿੱਚ ਸਮਾਂ ਹੁੰਦਾ ਆ। ਤੁਸੀਂ ਇਹ ਦੇਖੋ ਕਿ ਜਦੋਂ INL ਦੀ ਸਰਕਾਰ ਰਹੀ ਹੈ ਹਰਿਆਣੇ ਦੇ ਵਿੱਚ, ਉਹਦੇ ਨਾਲ ਵੀ ਵਿੱਚ ਛੋਟਾ ਯੋਗਦਾਨ ਰਿਹਾ ਹਮੇਸ਼ਾ ਬੀਜੇਪੀ ਦਾ। ਉਸ ਦੌਰਾਨ ਵੀ ਉਹ ਸਮਾਂ ਆਇਆ ਸੀ ਕਿਉਂਕਿ ਸਪੋਰਟਸ ਨੂੰ ਇੰਨਾ ਜ਼ਿਆਦਾ ਵਧਾਇਆ ਨਹੀਂ ਜਾਂਦਾ ਸੀ। ਮੈਂ ਖੁਦ 2004 ਦੀ ਜਦੋਂ ਓਲੰਪਿਕ ਖੇਡਿਆ ਉਦੋਂ INLD ਦੀ ਸਾਡੀ ਹਰਿਆਣੇ ਦੀ ਸਰਕਾਰ ਸੀ। ਇਹ ਨਹੀਂ ਪਤਾ ਹੁੰਦਾ ਸੀ ਕਿ ਪਲੇਅਰ ਕਿਹੜਾ ਆ ਤੇ ਉਹਦਾ ਨਾਂ ਕੀ ਹੈ ਤੇ ਕਿਹੜੀ ਗੇਮ ਖੇਡਦਾ ਹੈ। ਸੋ ਓਵਰ ਦਾ ਈਅਰਸ ਤੁਸੀਂ ਇਹ ਦੇਖ ਲਓ, ਪਿਛਲੇ 7 ਸਾਲ ਹੋ ਗਏ ਨੇ, 7.5 ਮਤਲਬ ਸਾਲ ਚੱਲ ਰਿਹਾ ਹਰਿਆਣੇ ਦੇ ਵਿੱਚ ਸਪੋਰਟਸ ਕਿੱਦਾਂ ਗਰੋਥ ਕੀਤੀ ਹੈ। ਜਦੋਂ ਸਿੰਗਲ ਹੈਂਡ ਜਾਂ ਆਉਂਦੇ ਅਪਰ ਹੈਂਡ ਹੋ ਕੇ ਜਦੋਂ ਵੀ ਪਾਰਟੀ ਆਉਂਦੀ ਹਮੇਸ਼ਾ, ਹੁਣ ਕੇਂਦਰ ਦੇ ਵਿੱਚ ਦੇਖ ਲਓ ਇੰਨੀਆਂ ਯੋਜਨਾਵਾਂ ਸਪੋਰਟਸ ਲਈ, ਮੈਂ ਸਿਰਫ ਸਪੋਰਟਸ ਦੀ ਗੱਲ ਕਰਦਾ। ਨੈਸ਼ਨਲ ਗੇਮਸ ਜਿਹੜੀਆਂ ਉਹ 4 ਸਾਲ ਬਾਅਦ ਹੁੰਦੀਆਂ ਸੀ, ਉਹ ਵੀ ਅੱਜ ਕੱਲ੍ਹ ਨਹੀਂ ਹੋ ਰਹੀਆਂ। ਕਿਉਂ? ਕਿਉਂਕਿ 2000 ਮੈਂ ਕਹਿੰਦਾ ਕਿ ਉਹਨੂੰ ਚੇਂਜ ਕਰਨ ਲਈ ਖੇਲੋ ਇੰਡੀਆ ਆਇਆ, ਔਰ ਖੇਲੋ ਇੰਡੀਆ ਦੇ ਵਿੱਚ ਯੂਥ ਦੀ ਵੀ ਹੋ ਰਹੀ ਹੈ, ਯੂਨੀਵਰਸਿਟੀਜ਼ ਦੀ ਵੀ ਹੋ ਰਹੀ ਹੈ। ਇੰਟਰਨੈਸ਼ਨਲ ਕੰਪੀਟੀਸ਼ਨ ਜਿੰਨੇ ਇੰਡੀਆ ਦੇ ਵਿੱਚ ਇਸ ਟਾਈਮ ਹੋਸਟ ਹੋ ਰਹੇ ਨੇ ਡਿਫਰੈਂਟ ਗੇਮਸ ਦੇ ਵਿੱਚ, ਪਹਿਲਾਂ ਕਦੀ ਨਹੀਂ ਹੋਇਆ। ਇਹ ਚੀਜ਼ਾਂ ਓਵਰ ਦਾ ਈਅਰਸ ਚੇਂਜ ਹੁੰਦੀਆਂ ਨੇ। ਇਸੇ ਕਰਕੇ ਹਰਿਆਣੇ ਦੇ ਵਿੱਚ ਹੁਣ ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਇਹੀ ਗੱਲ ਕੀਤੀ ਕਿ ਬੀਇੰਗ ਅ ਸਪੋਰਟਸਮੈਨ, ਮੇਰੀ ਕੋਈ ਰਾਜਨੀਤਿਕ ਬੈਕਗਰਾਊਂਡ ਨਹੀਂ ਹੈ, ਮੇਰੀ ਕੋਈ ਮੈਂ ਲੈਂਡਲੋਰਡ ਨਹੀਂ ਹੈ, ਮੈਂ ਇੱਕ ਬਿਲੋ ਈਵਨ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ। ਉਸ ਫੈਮਿਲੀ ਤੋਂ ਆ ਕੇ ਹਾਂ ਡੈਫੀਨੇਟਲੀ ਸਪੋਰਟਸ ਦੇ ਵਿੱਚ ਆਏ ਤੇ ਸਾਨੂੰ ਬਾਹਰ ਜੀਣ ਦਾ, ਰਹਿਣ ਦਾ, ਖਾਣ ਪੀਣ ਦਾ, ਬਾਹਰਲੀ ਚੀਜ਼ਾਂ ਦਾ ਪਤਾ ਲੱਗਿਆ ਵੀ ਕੀ ਹੁੰਦਾ। ਬਟ ਅਦਰਵਾਈਜ਼ ਮੈਂ ਤਾਂ ਇੱਕ ਕਸਬੇ ਤੋਂ, ਪਿੰਡ ਤੋਂ ਬਿਲੋਂਗ ਕਰਦਾ। ਔਰ ਅੱਜ ਅਗਰ ਮੈਨੂੰ ਇੱਕ ਕੁਰਸੀ ਤੇ ਬਿਠਾਇਆ ਸਪੋਰਟਸ ਦੀ, ਤੇ ਮੈਨੂੰ ਪਤਾ ਹੈ ਕਿ ਮੈਂ ਪਲੇਅਰਾਂ ਲਈ ਕੀ ਕਰਕੇ ਜਾਣਾ। ਕੁਰਸੀ ਕਦੀ ਪਰਮਾਨੈਂਟ ਕਿਸੇ ਦੀ ਨਹੀਂ ਹੁੰਦੀ, ਬਟ ਤੁਸੀਂ ਐਵੇਂ ਦਾ ਤਾਂ ਕੰਮ ਕਰਕੇ ਜਾਓ ਜਿਹਦੇ ਨਾਲ ਤੁਹਾਡੀ ਆਉਣ ਵਾਲੀ ਜਨਰੇਸ਼ਨ ਐਟਲੀਸਟ ਇੱਕ ਮਾਰਕ ਸੈੱਟ ਕਰਕੇ ਜਾਏ। ਮੈਂ ਇੱਕ ਵੈਸੇ ਨੋਰਮਲ ਜੀ ਗੱਲ ਕਰਦਾ
ਡਾਇਨਾਸੌਰ ਕਿਸੇ ਨੇ ਨਹੀਂ ਦੇਖਿਆ ਆਪਣੇ ਇੱਥੇ ਜਿੰਨੇ ਵੀ ਬੈਠੇ ਨੇ। ਜੇ ਪੰਜਾਬ ਦੇ ਵਿੱਚ ਐਵੇਂ ਹੀ ਹਾਲ ਰਿਹਾ ਤੇ ਡੈਫੀਨੇਟਲੀ ਸਪੋਰਟਸ ਡਾਇਨਾਸੌਰ ਬਣ ਜਾਏ। ਸੋ 17 ਸਾਲ ਦੀ ਇੱਕ ਲੜਕੀ ਨੇ ਸੁਸਾਈਡ ਕਮਿਟ ਕੀਤਾ ਸੀ ਫਰੀਦਕੋਟ, शूटर सीगी। आपको नहीं लगता कि मोटिवेशन जो होना चाहिए, आपके साथ इतना बड़ा इंसिडेंट हुआ और आपने कम बैक किया? ਹਰਿਆਣਾ ਦੇ ਵਿੱਚ ਅਸੀਂ ਸਾਈਕੋਲੋਜੀਕਲ ਜਿਹੜੇ ਨੇ ਕੋਚਿਸ ਐਜ਼ ਵੈਲ ਐਜ਼ ਡਾਈਟੀਸ਼ੀਅਨ ਐਜ਼ ਵੈਲ ਐਜ਼ ਫਿਟਨੈਸ ਟ੍ਰੇਨਰ ਐਜ਼ ਵੈਲ ਐਜ਼ ਜਿਹੜੇ ਗੇਮ ਦੇ ਕੋਚ ਨੇ ਉਹ ਰੱਖ ਰਹੇ ਹਾਂ। ਜਿਹੜੇ ਮੈਂ ਤੁਹਾਨੂੰ 200 ਕੋਚ ਵੀ ਹੁਣੇ ਦੱਸਿਆ ਨਾ ਉਹ ਰੱਖ ਰਹੇ ਹਾਂ, ਕਿਉਂਕਿ ਯੂਥ ਨੂੰ ਇੱਕ ਮੈਚ ਹਾਰ ਜੇ ਜਾਂ ਇੱਕ ਕੰਪੀਟੀਸ਼ਨ ਹਾਰ ਜੇ ਦੁਬਾਰਾ ਕਮਬੈਕ ਕਿਵੇਂ ਕਰਨਾ। ਅੱਜ ਦੇ ਟਾਈਮ ਦੇ ਵਿੱਚ ਹੁਣ ਇੱਕ ਸ਼ੂਟਰ ਆ, ਤੁਸੀਂ ਬਰੀਥ ਵੀ ਕੰਟਰੋਲ ਕਰਨੀ ਹੈ, ਆਪਣੇ ਫੀਲਿੰਗਸ ਵੀ ਕੰਟਰੋਲ ਕਰਨੀ ਹੈ, ਆਪਣੇ ਆਪ ਨੂੰ ਮੈਂਟਲੀ ਤੁਸੀਂ ਉਸ ਪੋਜੀਸ਼ਨ ਤੇ ਲੈ ਕੇ ਆਣਾ ਕਿ ਤੁਸੀਂ ਉੱਥੇ ਟਾਰਗੇਟ ਨੂੰ ਆਪਣਾ ਸ਼ੂਟ ਕਰੋ। ਉਹ ਤਾਂ ਹੀ ਹੋ ਪਾਏਗਾ ਜੇ ਤੁਹਾਡਾ ਮਾਈਂਡ ਤੁਹਾਡੇ ਕੰਟਰੋਲ 'ਚ ਰਹੇ। ਸੋ ਇਹ ਚੀਜ਼ਾਂ ਇੰਪਰੂਵਮੈਂਟ ਦੀ ਲੋੜ ਹੈ। ਇਸ ਚੀਜ਼ ਦੇ ਉੱਤੇ ਇਹ ਨਹੀਂ ਹੈ ਕਿ ਜੇ ਪਲੇਅਰ ਹੈ ਤੇ ਠੀਕ ਹੈ ਇੱਕ ਕੋਚ ਹੀ ਸਾਰਾ ਕੁਝ ਕਰਾ ਸਕਦੇ ਨਹੀਂ। ਅੱਜ ਕੱਲ੍ਹ ਡਾਈਟ ਦੀ ਵੀ ਲੋੜ ਆ, ਗੇਮ ਵਾਈਜ਼ ਡਾਈਟ ਦੇ। ਬਾਕਸਰ ਆ ਉਹਨਾਂ ਨੇ ਵੇਟ ਮੇਨਟੇਨ ਕਰਨਾ, ਰੈਸਲਰ ਨੇ ਵੇਟ ਮੇਨਟੇਨ ਕਰਨਾ, ਕਬੱਡੀ ਵਾਲਿਆਂ ਨੇ ਵੇਟ ਮੇਨਟੇਨ ਕਰਨਾ। ਜੇ ਹਾਕੀ ਪਲੇਅਰ ਦੀ ਉਹਨਾਂ ਨੂੰ ਸਟਰੈਂਥ ਚਾਹੀਦੀ ਹੈ, ਸਪੀਡ ਚਾਹੀਦੀ ਹੈ, ਐਜਿਲਿਟੀ ਚਾਹੀਦੀ ਹੈ। ਜੇ ਅਸੀਂ ਕ੍ਰਿਕਟ ਪਲੇਅਰ ਆ ਤੇ ਕ੍ਰਿਕਟ ਪਲੇਅਰ ਦੇ ਨਾਲ ਤੁਹਾਨੂੰ ਫਲੈਕਸੀਬਿਲਿਟੀ ਦੇ ਪਲੱਸ ਤੁਹਾਨੂੰ ਸ਼ਟਲ ਰਨਸ ਚਾਹੀਦੀਆਂ ਨੇ। ਜੇ ਤੁਸੀਂ ਫੁੱਟਬਾਲ ਦੇ ਤੁਹਾਡੇ ਲੋਅਰ ਮਸਲਸ ਜ਼ਿਆਦਾ ਸਟਰੋਂਗ। ਸੋ ਡਿਫਰੈਂਟ ਗੇਮ ਦੀ ਡਿਫਰੈਂਟ ਟੈਕਨੀਕਸ ਨੇ, ਬਟ ਅਸੀਂ ਇੱਕੋ ਹੀ ਕੋਚ ਨਾਲ ਸਾਰੀਆਂ ਚੀਜ਼ਾਂ ਨਹੀਂ ਕਰ ਸਕਦੇ। ਦੇਵਿੰਦਰ ਸਿੰਘ ਨੇ ਤੁਹਾਡੇ ਪਹਿਲਵਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਜਿਹੜੇ ਡਫ ਐਂਡ ਗੁੰਗੇ ਬੋਲੇ ਪਲੇਅਰ ਨੇ ਉਹਨਾਂ ਨੂੰ ਪਾਲਿਸੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਪਾਲਿਸੀ ਦੇ ਵਿੱਚ ਹੈਗਾ ਜੀ, ਮੈਂ ਦੱਸਿਆ 1 ਕਰੋੜ। ਲਗਾਤਾਰ ਕਿਉਂ ਕਰ ਰਹੇ ਨੇ? ਦੇਖੋ ਜੀ, ਹਿੰਦੁਸਤਾਨ ਦੀ ਸਭ ਤੋਂ ਜ਼ਿਆਦਾ ਪੈਸੇ ਜਿਹੜੇ ਨੇ ਹਰਿਆਣਾ 'ਚ ਗੂੰਗੇ ਬਹਿਰਾਂ ਨੂੰ ਦਿੱਤੇ ਜਾਂਦੇ ਨੇ ਔਰ ਉਹਨਾਂ ਨੂੰ 1 ਕਰੋੜ 20 ਲੱਖ ਰੁਪਇਆ ਦਿੱਤਾ ਵੀ ਗਿਆ। 2017 ਤੋਂ ਸਾਡੇ ਕੋਲ ਜੌਬ ਵੀ ਕਰ ਰਹੇ ਨੇ। ਉਹ 17 ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਇਹ ਨਹੀਂ ਪੁੱਛਿਆ ਗਿਆ ਕਿ ਤੁਸੀਂ ਨੌਕਰੀ ਤੇ ਆਏ ਵੀ ਹੋ ਕਿ ਨਹੀਂ। ਉਹਨਾਂ ਨੂੰ ਸੈਲਰੀ ਵੀ ਜਾ ਰਹੀ ਹੈ, ਉਹਨਾਂ ਨੂੰ ਕੋਚ ਦੇ ਰੂਪ 'ਚ ਰੱਖਿਆ ਵੀ ਹੋਇਆ। ਉਹ ਕਹਿ ਰਹੇ 2015 'ਚ ਜੂਨੀਅਰ ਕੋਚ ਰੱਖਿਆ ਸੀ, ਅੱਜ ਤੱਕ ਜੂਨੀਅਰ ਕੋਚ ਹੀ ਚੱਲਿਆ। ਦੇਖੋ ਜੀ, ਉਹਨਾਂ ਨੇ ਆ ਕੇ ਦੇਖੋ ਹਮੇਸ਼ਾ ਕੀ ਹੈ ਕਿ ਉਹਨਾਂ ਨੇ ਜਿਹੜੀ ਨਵੀਂ ਪਾਲਿਸੀ ਦੇ ਤਹਿਤ ਜਿਹੜੇ ਅੱਜ ਕੱਲ੍ਹ ਹਰ ਚੀਜ਼ ਆਨਲਾਈਨ ਹੈ। ਤੁਸੀਂ ਜੇ ਨਵੀਂ 2017 ਦੇ ਵਿੱਚ ਉਹਨਾਂ ਨੂੰ ਜਿਹੜਾ ਕੋਚ ਬਣਾਇਆ ਗਿਆ ਉਸ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਤਾਂ ਰੈਗੂਲਰ ਟਾਈਮ ਦੇ ਵਿੱਚ ਪ੍ਰਮੋਟ ਹੋਣਾ ਹੈ। ਬਟ ਜੇ ਤੁਸੀਂ ਕੋਈ ਮੈਡਲ ਜਿੱਤ ਕੇ ਆਉਂਦੇ ਹੋ ਡੈਫੀਨੇਟਲੀ ਤੁਹਾਨੂੰ ਆਪਣੇ ਪੇਪਰ ਆਨਲਾਈਨ ਸਬਮਿਟ ਜ਼ਰੂਰ ਕਰਨੇ ਪੈਂਦੇ। ਪਰ ਲਗਾਤਾਰ ਉਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ। ਦੇਖੋ ਜੀ, ਉਹਨਾਂ ਨੂੰ ਪਦਮ ਸ਼੍ਰੀ ਮਿਲਿਆ। ਸਾਡੇ ਪ੍ਰਦੇਸ਼ ਅਧਿਕਸ਼ ਧਨਕੜ ਜੀ, ਉਹਨਾਂ ਨੇ ਉਹਦੀ ਸਪੋਰਟ ਕੀਤੀ। ਉਹਨੂੰ ਦਿਖਾਇਆ ਵੀ ਹਿੰਦੁਸਤਾਨ ਨੂੰ ਕਿ ਸਾਡੇ ਕੋਲ ਇੱਕ ਐਡਾ ਵੱਡਾ ਹੀਰਾ ਆ। ਸਾਡੇ ਕੋਲ ਜਿੰਨੇ ਵੀ ਉਹਦੇ ਮੈਡਲ ਆਉਂਦੇ ਨੇ ਹਰ ਵਿੱਚ ਉਹਨੂੰ ਕੈਸ਼ ਅਵਾਰਡ ਦਿੱਤਾ ਜਾਂਦਾ ਹੈ। ਮੈਂ ਇੱਕ ਕੰਪੇਅਰ ਵੀ ਕਰਕੇ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਇੱਕ ਗੁੜੀਆ ਸੀ ਜਿਹਦੀ ਵੀਡੀਓ ਮੈਂ ਖੁਦ ਦੇਖੀ ਆ, ਹਾਂਡਾ ਸ਼ਾਇਦ ਆਈ ਥਿੰਕ ਨਾਮ, ਆਮ ਨੋਟ ਸ਼ੋਰ, ਨਿਕ ਨੇਮ ਫੁੱਲ ਨੇਮ ਉਹਦਾ, ਹਾਂ ਜਲੰਧਰ ਤੋਂ। ਉਹ ਵਿਚਾਰੀ ਮਤਲਬ ਬੋਲ ਨਹੀਂ ਸਕਦੀ ਤੇ ਉਹ ਰੋ ਰਹੀ ਹੈ, ਮੈਡਲ ਦਿਖਾ ਰਹੀ ਹੈ। ਉਹ 4 ਵਾਰੀ ਆਈ ਥਿੰਕ ਵਰਲਡ ਚੈਂਪੀਅਨ ਹੈ, 6 ਵਾਰੀ ਏਸ਼ੀਅਨ ਚੈਂਪੀਅਨ ਹੈ, 8 ਵਾਰੀ ਨੈਸ਼ਨਲ ਚੈਂਪੀਅਨ ਹੈ। ਉਹਨੂੰ ਪੰਜਾਬ ਨੇ ਅੱਜ ਤੱਕ ਨੌਕਰੀ ਨਹੀਂ ਦਿੱਤੀ। ਤੁਸੀਂ ਪੂਰੇ ਹਿੰਦੁਸਤਾਨ ਨੂੰ ਤਾਂ ਦੇਖੋ ਨਾ ਕੰਪੇਅਰ ਕਰਕੇ ਕਿ ਹਿੰਦੁਸਤਾਨ ਦੇ ਵਿੱਚ ਹਰਿਆਣਾ ਨੇ ਕੀ ਕੀਤਾ ਹੈ। ਇੱਕ ਦਿਨ ਚ ਤੁਸੀਂ ਸੀਐਮ ਨਾਲ ਤੁਸੀਂ ਹੱਥ ਮਿਲਾ ਰਹੇ ਹੋ, ਜਿਹੜੇ ਤੁਸੀਂ 45 ਮਿੰਟ ਜਿਹੜੇ ਸੀਐਮ ਤੇ ਤੁਸੀਂ ਦੋਸ਼ ਲਗਾ ਰਹੇ ਹੋ ਉਸੇ ਨਾਲ ਤੁਸੀਂ ਹੱਥ ਮਿਲਾ ਕੇ ਉਸੇ ਨਾਲ ਤੁਸੀਂ ਇਲੈਕਸ਼ਨ ਲੜਦੇ। ਦੇਖੋ ਜੀ, ਇਹ ਹਾਈ ਕਮਾਂਡ ਦੀ ਪਾਰਟੀ, ਮੈਂ ਤੁਹਾਨੂੰ ਸਪੋਰਟਸ ਦੀ ਗੱਲ ਦੱਸ ਰਿਹਾ। ਠੀਕ ਹੈ ਜੀ, ਇਹ ਪਾਰਟੀ 45 ਮਿੰਟ ਤੁਸੀਂ ਦੋਸ਼ ਲਗਾਇਆ ਪਿਛਲੀ ਸਰਕਾਰ ਤੇ, ਕਾਂਗਰਸ ਸਰਕਾਰ ਤੇ। ਨਹੀਂ, ਮੈਂ ਤਾਂ ਕਾਂਗਰਸ ਦਾ ਨਾਮ ਨੋਟ ਤੁਹਾਡੇ ਨਾਲ ਕੁਰਸੀ ਤੇ ਬੈਠੇ ਨੇ। ਦੇਖੋ ਜੀ, ਮੈਂ ਨਾਟ ਸੇਇੰਗ ਐਨੀ ਵਰਡ, ਤੁਸੀਂ ਵੀਡੀਓ ਕੱਢ ਕੇ ਦੇਖ ਲਿਓ। ਆਈ ਸੈਡ ਕਿ ਸਪੋਰਟਸ ਦੇ ਵਿੱਚ ਉਹ ਬੰਦੇ ਆਣੇ ਚਾਹੀਦੇ ਨੇ ਜਿਹੜੇ ਬੰਦੇ ਸਪੋਰਟਸ ਨੂੰ ਉੱਤੇ ਲੈ ਕੇ ਆਣ। ਭਾਰਤੀ ਜਨਤਾ ਪਾਰਟੀ ਨੇ ਕੈਪਟਨ ਦੀ ਹਾਕੀ ਲਈ ਕੰਮ ਕਰਨਗੇ ਤਾਂ ਕਿਵੇਂ ਲੱਗੇਗਾ ਜੀ? ਗੱਲ ਉਹ ਹੈ ਨਾ। संदीप जी, हरियाणा का पंजाब का जी, हाँ जी, पंजाब का हरियाणा का कंपैरिजन किया आपने, तो एक्सपीरियंस क्या कहता है आपका? तो खिलाड़ियों से, प्रदेश के खिलाड़ियों से किस लिए पंजाब का जो खेल का कल्चर है वो खत्म हुआ? देखिए, अभी हमारे सज्जन ने बहुत अच्छी बात करी कि ऐसे ऐसे कैप्टन साहब की बात। बीइंग ए फॉर्मर कैप्टन ऑफ इंडियन हॉकी टीम, पंजाब का कोई प्लेयर होता है, कोई हरियाणा का होता है, कोई झारखंड का होता है, कोई उड़ीसा का होता है। हम नेशनल खेलते हैं अपनी स्टेट की तरफ से, और जब नेशनल खेलते हैं उस समय वो खिलाड़ी दुश्मन होता है। जब एक टीम में आ जाते हैं तो कुछ चीज़ें उनकी अच्छाई होती हैं, कुछ चीज़ें हमारी अच्छाई होती हैं और एक टीम बन के जीतती है। ये मेरा जवाब। सर पौने 5 साल तक पंजाब के 2 स्पोर्ट्स मिनिस्टर रहे हैं। पहले कैप्टन अमरिंदर सिंह, उस तो बाद राणा सोढी साहब, दोनों स्पोर्ट्स मिनिस्टर ਹੁਣ ਤੁਹਾਡੇ ਕੋਲੇ ਹੈ। ਪਰ ਇਹ ਚੀਜ਼ ਦੇਖੋ ਜੀ, ਕਈ ਚੀਜ਼ਾਂ ਇਹਦੀਆਂ ਚੇਂਜ, ਮੈਂ ਤੁਹਾਨੂੰ ਨਾ ਕਾਮਯਾਬੀ ਹੈ ਤਾਂ ਤੁਸੀਂ ਮੰਨਦੇ ਨਹੀਂ ਇਹ ਦੋਨੇ ਦੰਦਾਂ ਦੇ ਦੇਖੋ, ਕਈ ਚੀਜ਼ਾਂ ਚੇਂਜ ਵੀ ਹੁੰਦੀਆਂ ਨੇ, ਕਈ ਚੀਜ਼ਾਂ ਚੇਂਜ ਵੀ ਹੁੰਦੀਆਂ ਨੇ, ਉਹ ਚੇਂਜ ਕੀਤੀਆਂ ਵੀ ਜਾਣਗੀਆਂ।
ਤੇ ਡੈਫੀਨੇਟਲੀ ਜਿਹੜੀ ਸਪੋਰਟਸ ਹੈ ਉਹ ਵਧੀਆ ਹੱਥ ਹੀ ਜਾਏਗੀ। 4.5 ਸਾਲ ਇਹਨਾਂ ਦੋਨਾਂ ਦਾ ਦੋਸ਼ ਲਗਾਉਂਦੇ ਨੇ ਕਿ ਕੁਝ ਨਹੀਂ ਕੀਤਾ ਇਹਨਾਂ ਨੇ ਰਾਣਾ ਸੋਢੀ ਨੇ ਔਰ ਬਹੁਤ ਜ਼ਿਆਦਾ ਸਰ ਉਰੇ ਪ੍ਰੋਟੈਸਟ ਹੁੰਦੇ ਰਹੇ, ਖਾਸ ਤੌਰ ਤੇ ਜੇ ਤੁਸੀਂ ਹੈਂਡੀਕੈਪ ਦੀ ਗੱਲ ਕੀਤੀ ਹੈ ਉਹ ਹੁਣ ਤੱਕ ਵੀ ਪ੍ਰੋਟੈਸਟ ਕਰਦੇ ਰਹੇ ਨੇ। ਲੱਗਦਾ ਹੈ ਤੁਹਾਨੂੰ ਤੁਹਾਡੀ ਪਾਰਟੀ ਚਾਹੇ ਕੁਝ ਦੇਖੋ ਜੀ, ਉਹ ਪਾਰਟੀ ਦਾ ਰੰਗ ਹੋਰ ਹੁੰਦਾ ਹੈ, ਪਾਰਟੀ ਦੇ ਹਿਸਾਬ ਨਾਲ ਹੁੰਦਾ ਹੈ। ਮੈਂ ਭਾਰਤੀ ਜਨਤਾ ਪਾਰਟੀ ਦੀ ਗਰੰਟੀ ਲੈਣਾ ਕਿ ਕਦੀ ਉਸ ਚੀਜ਼ ਨਹੀਂ, ਤੁਸੀਂ ਸੈਂਟਰ 'ਚ ਦੇਖ ਲਓ, ਜਿੱਥੇ ਜਿੱਥੇ ਪਾਰਟੀ ਹੈਗੀ ਆ